ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾ ਬਿਗਨਨ ਕੇ ਨਾ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੈਸਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀ ਬੰਦੋਂ ਬਾਰ ਬਾਰ ਜਗਦੀ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਾਬੇ ਕੋ ਅਦਾਸੀ ਆਈ। ਬਾਬੇ ਸੁਤ ਪਰਦੇਸੈ ਲਾਈ। ਲੈ ਮਰਦਾਨੋ ਸਾਧਰ ਲਾਏ। ਲਿਓਰ ਬਾਪ ਉਨ ਮੋਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਦੀਨ ਦੁਨੀਆ ਕੇ ਵਾਲੀ ਗੁਰ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸੰਧਿਆ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਪ੍ਰੇਮ ਸਹਿਤ ਆਪ ਜੁੜ ਬੈਠੇ ਹੋ। ਪੂਰਬਲੇ ਪ੍ਰਕਰਣਾਂ ਵਿੱਚ ਸਰਵਣ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ 'ਤੇ ਪਹੁੰਚੇ ਹਨ। ਦੌਲਤ ਖਾਂ ਉਹਦੇ ਪਾਸ ਭਾਈ ਜੈ ਰਾਮ ਜੀ ਸਤਿਗੁਰਾਂ ਨੂੰ ਲੈ ਕੇ ਗਏ। ਉਸ ਨੇ ਗੁਰੂ ਸਾਹਿਬ ਨੂੰ ਆਪਣਾ ਮੋਦੀ ਰੱਖਿਆ। ਮੋਦੀ ਖਾਨੇ ਦੀ ਕਾਰ ਕਰਦਿਆਂ ਸਤਿਗੁਰਾਂ ਨੇ ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰੀਆਂ। ਕੁਝ ਸਮੇਂ ਬਾਅਦ ਮਨ ਉਦਾਸ ਹੋਇਆ। ਵੇਈ ਨਦੀ ਵਿੱਚ ਚੁੱਭੀ ਮਾਰ ਕੇ ਸੱਚਖੰਡ ਵਿਖੇ ਮਹਾਰਾਜ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋਏ। ਬਖਸ਼ਿਸ਼ ਪ੍ਰਾਪਤ ਕੀਤੀ ਹੈ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ।
ਔਰ ਮੂਲ ਮੰਤਰ ਦੀ ਮਹਾਨ ਦਾਤ ਲੈ ਕੇ ਮਾਤਲੁਕ ਦੀ ਧਰਤੀ ਤੇ ਸਤਿਗੁਰੂ ਤੀਸਰੇ ਦਿਨ ਵੇਈ ਨਦੀ ਰਾਹੀਂ ਪ੍ਰਗਟ ਹੋਏ। ਉਪਰੰਤ ਗੁਰੂ ਸਾਹਿਬ ਜੀ ਨੇ ਮੋਦੀਖਾਨਾ ਤਿਆਗ ਦਿੱਤਾ। ਹਰ ਪਾਸੇ ਸਤਿਗੁਰਾਂ ਦੀ ਚਰਚਾ ਹੋਣ ਲੱਗੀ। ਸਭਨਾਂ ਨੂੰ ਮਹਾਰਾਜ ਸਮਤਲ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਨ ਲੱਗੇ ਨੇ। ਆਓ ਅਗਲੇ ਪ੍ਰਕਰਨ ਪ੍ਰੇਮ ਸਹਿਤ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਸਹਿਤ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਚੌਪਈ। ਬਾਬੇ ਕੋ ਉਦਾਸੀ ਆਈ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਮੋਦੀਖਾਨੇ ਦੀ ਕਾਰ ਤਿਆਗਣ ਤੋਂ ਬਾਅਦ ਸਤਿਗੁਰਾਂ ਦੇ ਮਨ ਦੇ ਵਿੱਚ ਉਦਾਸੀ ਆਈ ਹੈ। ਗੁਰੂ ਸਾਹਿਬ ਜੀ ਨੇ 4 ਉਦਾਸੀਆਂ ਕੀਤੀਆਂ ਨੇ ਤੇ ਪਹਿਲੀ ਉਦਾਸੀ ਦੀ ਮਹਾਰਾਜ ਨੇ ਆਰੰਭਤਾ ਕੀਤੀ। ਜਦੋਂ ਵੇਖਿਆ ਵੀ ਹਰ ਪਾਸੇ ਪ੍ਰਤਾਪ ਵੱਧ ਗਿਆ, ਹਰ ਪਾਸੇ ਪ੍ਰਗਟ ਹੋ ਗਏ ਤੇ ਮਨ ਗੁਰੂ ਸਾਹਿਬ ਨੇ ਆਪਣਾ ਉਦਾਸ ਕਰ ਲਿਆ ਕਿ ਸੰਸਾਰ ਦੇ ਅੰਦਰ ਛੁਪ ਕੇ ਰਹੀਏ। ਪਰ ਭਾਈ ਰਤਨ ਸਿੰਘ ਜੀ ਕਹਿੰਦੇ, ਜੈਸੇ ਆਕਾਸ਼ ਵਿੱਚ ਸੂਰਜ ਚੜ੍ਹ ਜਾਏ, ਲੱਖ ਬੱਦਲ ਆ ਜਾਣ, ਅਖੀਰ ਉਹਨੇ ਪ੍ਰਗਟ ਹੋਣਾ ਹੀ ਹੋਣਾ ਹੈ। ਐਸੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਹਰ ਪਾਸੇ ਪ੍ਰਗਟ ਹੋ ਗਿਆ। ਮਨ ਵਿੱਚ ਖਿਆਲ ਪੈਦਾ ਹੋਇਆ ਕਿ ਹੁਣ ਦੇਸ਼ ਦੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਜੀਵਾਂ ਦਾ ਉਧਾਰ ਕਰੀਏ। ਇਸ ਕਰਕੇ ਸਤਿਗੁਰਾਂ ਦੇ ਮਨ ਦੇ ਅੰਦਰ ਉਦਾਸੀ ਕਰਨ ਦਾ ਖਿਆਲ ਪੈਦਾ ਹੋਇਆ ਹੈ। ਬਾਬੇ ਸੁਰਤ ਪਰਦੇਸੈ ਲਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਰਤ ਪ੍ਰਦੇਸਾਂ ਵਿੱਚ ਲਾ ਲਈ, ਭਾਵ ਕਿ ਉੱਥੇ ਜਾਣ ਦਾ ਮਨ ਬਣਾਇਆ ਹੈ। ਲੈ ਮਰਦਾਨੋ ਸਾਥ ਰਲਾਏ। ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਰਲਾ ਕਰਕੇ ਲਿਓ ਰਬਾਬ ਹੁਣ ਮੋਢੇ ਚਾਏ। ਸਤਿਗੁਰੂ ਜੀ ਉਹਨਾਂ ਨੂੰ ਨਾਲ ਲੈ ਕੇ ਉਦਾਸੀ ਤੇ ਤੁਰ ਪਏ ਤੇ ਭਾਈ ਮਰਦਾਨਾ ਸਾਹਿਬ ਜੀ ਨੇ ਰਬਾਬ ਮੋਢੇ ਤੇ ਰੱਖ ਲਈ ਹੈ। ਜਹ ਬਾਬੇ ਕੋ ਖੁਸ਼ੀ ਚਿਤ ਆਵੇ। ਜਿਸ ਜਗ੍ਹਾ ਤੇ ਸਤਿਗੁਰਾਂ ਦੇ ਚਿੱਤ ਦੇ ਅੰਦਰ ਮੌਜ ਪੈਦਾ ਹੁੰਦੀ ਹੈ, ਖੁਸ਼ੀ ਪੈਦਾ ਹੁੰਦੀ ਹੈ। ਰਬਾਬ ਵਜਾਏ ਸ਼ਬਦ ਬਹਿ ਗਾਵੇ। ਸਤਿਗੁਰੂ ਜੀ ਬਹਿ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਸੁਣ ਕੇ ਰਬਾਬ ਵਜਾਉਂਦੇ ਹਨ। ਸਿੱਧ ਸਾਧ ਓ ਪੀਰ ਮੁਰੀਦ। ਬੜੀ ਮਹਾਨ ਖੇਡ ਹੈ। ਭਾਈ ਮਰਦਾਨਾ ਜੀ ਭਾਵੇਂ ਸਾਡੇ ਪ੍ਰਚਾਰਕਾਂ ਨੇ ਮਖੌਲ ਬਣਾਇਆ ਹੋਇਆ, ਜਿੱਥੇ ਵੀ ਬਹਿਣ ਭਾਈ ਮਰਦਾਨੇ ਜੀ ਦੀ ਗੱਲ ਮਖੌਲੀਏ ਹਿਸਾਬ ਨਾਲ ਕਰਦੇ ਨੇ ਵੀ ਕੋਈ ਉਹ ਕਥਾ ਕਹਾਣੀ ਸੁਣਾਉਣਗੇ ਵੀ ਉਹਨਾਂ ਨੂੰ ਭੁੱਖ ਲੱਗ ਗਈ, ਭੁੱਖ ਲੱਗ ਗਈ, ਭੁੱਖ ਲੱਗ ਗਈ। ਭੁੱਖ ਲੱਗੀ ਨਹੀਂ, ਭੁੱਖ ਗੁਰੂ ਨਾਨਕ ਸਾਹਿਬ ਨੇ ਲਾਈ ਹੈ। ਇੱਕ ਵਾਰੀ ਭਾਈ ਸਾਹਿਬ ਜੀ ਖਫਾ ਹੋ ਕੇ ਤੁਰ ਪਏ ਪਿੱਛੇ। ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਤੂੰ ਸਾਡਾ ਮਿੱਤਰ ਹੈ, ਕਿੱਥੇ ਚੱਲਿਆ? ਬਾਬਾ ਜੀ ਗੱਲ ਇੱਦਾਂ ਹੈ ਵੀ ਮੈਨੂੰ ਤਾਂ ਭੁੱਖ ਦੀ ਮਾਰੀ ਤੇ ਬਾਬਾ ਤੂੰ ਪਾਉਣ ਹਾਰੀ, ਵੀ ਤੁਹਾਡਾ ਤਾਂ ਹਵਾ ਖਾ ਕੇ ਵੀ ਕੰਮ ਜਾਂਦਾ, ਚੱਲ। ਤੇ ਆਪਣਾ ਹਵਾ ਖਾ ਕੇ ਗੁਜ਼ਾਰਾ ਨਹੀਂ ਹੁੰਦਾ, ਆਪਾਂ ਨੂੰ ਤਾਂ ਭੋਜਨ ਚਾਹੀਦਾ। ਤੇ ਮਹਾਰਾਜ ਜਾਂ ਤਾਂ ਲੰਗਰ ਦਾ ਪ੍ਰਬੰਧ ਕਰ ਦਿਆ ਕਰੋ ਤੇ ਜਾਂ ਫਿਰ ਮੇਰੀ ਭੁੱਖ ਮਿਟਾ ਦਿਓ। ਗੁਰੂ ਸਾਹਿਬ ਜੀ ਕਹਿੰਦੇ, ਮਰਦਾਨਿਆ ਅੱਜ ਤੋਂ ਬਾਅਦ ਤੈਨੂੰ ਭੁੱਖ ਨਹੀਂ ਲੱਗੇਗੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਮਹਾਰਾਜ ਨੇ ਸਰੀਰ ਦੀ ਭੁੱਖ ਨਹੀਂ, ਅੰਦਰ ਦੀ ਭੁੱਖ ਵੀ ਨਾਲ ਹੀ ਮਿਟਾ ਦਿੱਤੀ ਹੈ। ਅੰਦਰ ਦੀ ਭੁੱਖ ਵੀ ਨਹੀਂ ਰਹਿਣ ਦਿੱਤੀ ਭਾਈ ਮਰਦਾਨੇ ਦੀ। ਉਹ ਤਾਂ ਕੌਤਕ ਹੁੰਦਾ ਸੀ ਗੁਰੂ ਸਾਹਿਬ ਦਾ, ਬਹਾਨਾ ਬਣਾਉਂਦੇ ਸਨ ਭਾਈ ਮਰਦਾਨੇ ਨੂੰ ਪਿੰਡ ਵਿੱਚ ਭੇਜਿਆ ਤੇ ਕੋਈ ਨਾ ਕੋਈ ਖੇਡ ਬਣ ਜਾਂਦੀ ਸੀ ਇੱਦਾਂ ਦੀ। ਭਾਈ ਮਰਦਾਨਾ ਜੀ ਸਦਾ ਹੀ ਜੀਵਤ ਨੇ। ਜੀਵਤ 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 ਰਹੋ,
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਕਰਕੇ ਫਰਮਾਨ ਕਰਦੇ ਨੇ। ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪ੍ਰੇਮੀ ਸਿੱਖ, ਜਿਨ੍ਹਾਂ ਨੇ ਸਾਰੇ ਜੀਵਨ ਗੁਰੂ ਸਾਹਿਬ ਦੇ ਪਾਸ ਬਹਿ ਕੇ ਬਾਣੀ ਦਾ ਕੀਰਤਨ ਕੀਤਾ ਤੇ ਗੁਰੂ ਨਾਨਕ ਸਾਹਿਬ ਨੂੰ ਪ੍ਰਸੰਨ ਕੀਤਾ। ਜਿੱਥੇ ਮੌਜ ਵਿੱਚ ਆਉਂਦੇ ਸਨ ਤੇ ਜਨਮ ਸਾਖੀ ਵਿੱਚ ਜਨਮ ਆਉਂਦਾ ਮਰਦਾਨਿਆਂ, ਕਰਤਾਰ ਦੀ ਕਾਈ ਸਿਫਤ ਕਰੀਏ ਰਬਾਬ ਵਜਾ। ਜਿੱਥੇ ਮੌਜ ਆਉਣੀ ਵੀ ਕਰਤਾਰ ਦੀ ਸਿਫਤ ਕਰਦਿਆਂ ਤੇ ਰਬਾਬ ਵਜਾ ਭਾਈ ਮਰਦਾਨਾ ਜੀ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਵੀ ਚਿੱਤ ਕਰਦਾ ਖੁਸ਼ੀ ਆਉਂਦੀ ਹੈ, ਰਬਾਬ ਵਜਾਏ ਸ਼ਬਦ ਬਹਿ ਗਾਵੈ। ਸਤਿਗੁਰਾਂ ਦੇ ਪਾਸ ਬਹਿ ਕੇ ਰਬਾਬ ਵਜਾਉਂਦੇ ਨੇ ਤੇ ਸਤਿਗੁਰੂ ਬਾਣੀ ਦਾ ਕੀਰਤਨ ਕਰਦੇ ਨੇ। ਸਿੱਧ ਸਾਧੋ ਪੀਰ ਮੁਰੀਦ, ਸੰਸਾਰ ਦੇ ਅੰਦਰ ਜਿੰਨੇ ਵੀ ਸਿੱਧ ਸਾਧ ਸਨ, ਪੀਰ ਔਰ ਉਹਨਾਂ ਦੇ ਅੱਗੋਂ ਮੁਰੀਦ ਆਦਿਕ ਸਨ। ਦੇਖਭਾਲ ਹੋਏ ਅੱਗੇ ਤੁਰੀਦ, ਸਤਿਗੁਰੂ ਜਿਉਂ-ਜਿਉਂ ਇਲਾਕਿਆਂ ਵਿੱਚ ਵਿਚਰਦੇ ਨੇ, ਉਹਨਾਂ ਦੇ ਨਾਲ ਮੇਲ ਮਿਲਾਪ ਹੁੰਦਾ ਹੈ ਔਰ ਉਹਨਾਂ ਨੂੰ ਸਹੀ ਸੱਚ ਦਾ ਉਪਦੇਸ਼ ਦੇ ਕੇ ਅੱਗੇ ਨੂੰ ਤੁਰ ਪੈਂਦੇ ਹਨ। ਜਹ ਜਹ ਬਾਬਾ ਦੇ ਸਹਿ ਜਾਏ, ਜਿਸ ਜਿਸ ਦੇਸ਼ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਂਦੇ ਹਨ, ਇਹ ਉਪਦੇਸ਼ ਸਚ ਨਾਮ ਹੈ ਲਾਏ। ਹਰ ਜਗ੍ਹਾ ਤੇ ਜਾ ਕੇ ਸੱਚੇ ਨਾਮ ਦਾ ਉਪਦੇਸ਼ ਹੀ ਸੰਸਾਰ ਦੇ ਜੀਵਾਂ ਨੂੰ ਬਖਸ਼ਿਸ਼ ਕਰਦੇ ਨੇ। ਨਾਮ ਦੇ ਨਾਲੋਂ ਟੁੱਟੇ ਹੋਏ ਜੀਵਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੰਦੇ ਹਨ। ਪੀਰ ਪੈਗੰਬਰ ਦੇਵੀ ਦੇਵ, ਜਿੰਨੇ ਵੀ ਪੀਰ ਪੈਗੰਬਰ ਦੇਵੀ ਤੇ ਦੇਵਤੇ ਜਿਨ੍ਹਾਂ ਦੀ ਪੂਜਾ ਸਮਾਜ ਸੰਸਾਰ ਦੇ ਲੋਕ ਕਰਦੇ ਹਨ, ਦੂਰ ਕਰਾਈ ਇਨਕੀ ਸੇਵ। ਗੁਰੂ ਸਾਹਿਬ ਜੀ ਨੇ ਇਹਨਾਂ ਪੀਰਾਂ ਫਕੀਰਾਂ ਦੀ ਪੈਗੰਬਰਾਂ ਦੀ ਜਿਹੜੀ ਸੇਵਾ ਸੀ ਉਹ ਦੂਰ ਕਰਾ ਦਿੱਤੀ। ਦੂਰ ਕਰਾਉਣ ਤੋਂ ਭਾਵ ਵੀ ਲੋਕਾਂ ਨੂੰ ਹਟਾ ਦਿੱਤਾ ਵੀ ਨਹੀਂ ਭਾਈ ਪੱਥਰ ਨਹੀਂ ਪੂਜਣੇ, ਪੀਰਾਂ ਨੂੰ ਨਹੀਂ ਪੂਜਣਾ, ਪੈਗੰਬਰਾਂ ਨੂੰ ਨਹੀਂ ਪੂਜਣਾ। ਜੇ ਪੂਜਣਾ ਹੈ ਪੂਜੋ ਏਕ ਰਾਮ ਹੀ ਦੇਵਾ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰੋ, ਪਰਮੇਸ਼ਰ ਦਾ ਨਾਮ ਜਪੋ। ਪੀਰ ਸਿੱਧ ਓ ਮੰਤਰ ਤੰਤਰ, ਕਈ ਲੋਕ ਬੀਰਾਂ ਨੂੰ ਮੰਨਣ ਵਾਲੇ ਸਨ, ਸਿੱਧਾਂ ਨੂੰ ਮੰਨਣ ਵਾਲੇ ਸਨ, ਕਈ ਮੰਤਰ ਤੇ ਤੰਤਰ ਆਦਿਕ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਹਨ। ਸੁਨੇ ਨਾ ਕਹੇ ਜਾਲ ਜੋ ਜੰਤਰ, ਇਸੇ ਪ੍ਰਕਾਰ ਕਈ ਕਹਿੰਦੇ ਜੰਤਰ ਆਦਿਕ ਟੂਣੇ ਤੇ ਟਾਮਣ ਆਦਿਕ ਕਰਨ ਵਾਲੇ ਲੋਕ ਹਨ। ਗੋ ਲੰਜ ਓ ਭੂਤ ਜੋ ਪ੍ਰੇਤ, ਇਸੇ ਪ੍ਰਕਾਰ ਕਹਿੰਦੇ ਚਮਤਕਾਰ ਕਰਨ ਵਾਲਾ ਜਿਹੜਾ ਗੂਗਾ ਆਦਿਕ ਹੈ, ਬੜੇ ਸ਼ੌਂਕ ਨਾਲ ਲੋਕ ਪੂਜਦੇ ਨਾ ਵੀ ਗੂਗਾ ਦਾ ਵਿਚਾਰਾ ਸੇਵੀਆਂ ਹੀ ਮੰਗਦਾ ਹਰ ਸਾਲ ਮੁੜ ਮੁੜ ਕੇ, ਤੇ ਲੋਕ ਉਹਨੂੰ ਸੇਵੀਆਂ ਹੀ ਛਕਾਉਂਦੇ ਨੇ। ਤੇ ਫਿਰ ਗੂਗੇ ਦੀ ਪੂਜਾ ਕਰਨੀ, ਸੱਪਾਂ ਦੀ ਪੂਜਾ ਕਰਨੀ, ਭੂਤਾਂ ਤੇ ਪ੍ਰੇਤਾਂ ਆਦਿਕ ਦੀ ਪੂਜਾ ਕਰਨੀ। ਦੂਰ ਕਰਾਏ ਇਨਕੇ ਹੇਤ, ਗੁਰੂ ਸਾਹਿਬ ਜੀ ਨੇ ਜਿਹਨਾਂ ਲੋਕਾਂ ਦਾ ਪਿਆਰ ਇਹਨਾਂ ਨਾਲ ਬਣਿਆ ਹੋਇਆ ਸੀ, ਉਹਨਾਂ ਦਾ ਅੰਦਰੋਂ ਇਹੋ ਜਿਹਾ ਜੀਵਾਂ ਦੇ ਉੱਤੇ ਜਿਹੜਾ ਉਹ ਪਿਆਰ ਹੇਤ ਬਣਾਇਆ ਸੀ ਉਹ ਦੂਰ ਕਰਾ ਦਿੱਤਾ। ਭਾਵ ਉਹਨਾਂ ਦੇ ਅੰਦਰੋਂ ਇਹਨਾਂ ਲੋਕਾਂ ਦੀ ਸੇਵਾ ਭਾਵਨਾ ਖਤਮ ਕਰਕੇ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਹੈ। ਯਾਦ ਰੱਖਿਓ, ਤੰਤਰ ਮੰਤਰ ਜੰਤਰ ਆ ਗੂਗੇ ਗਾਗੇ ਆਦਿਕ ਜਿੰਨੇ ਵੀ ਤੁਰੇ ਫਿਰਦੇ ਨਾ ਸੰਸਾਰ ਦੇ ਅੰਦਰ, ਕਿਸੇ ਦਾ ਕੁਝ ਨਹੀਂ ਵਿਗਾੜਦੇ। ਮੈਂ ਕੁਝ ਸਮਾਂ ਪਹਿਲਾਂ ਇੱਕ ਛੋਟੀ ਜੀ ਅਜੋਕੇ ਸਮੇਂ ਦੀ ਇੱਕ ਕਥਾ ਕਹਾਣੀ ਸੁਣੀ, ਸ਼ਾਇਦ ਦੁਬਈ ਦੇ ਇਲਾਕੇ ਦੀ ਗੱਲ ਸੀਗੀ। ਇੱਕ ਪਰਿਵਾਰ ਸੀਗਾ, ਸਰਦਾਰ ਪਰਿਵਾਰ, ਗੁਰਸਿੱਖਾਂ ਦਾ ਪਰਿਵਾਰ, ਬੜੇ ਟਰੱਕ ਚੱਲਦੇ ਸਨ, ਬੜਾ ਉਹਨਾਂ ਦਾ ਬਿਜ਼ਨਸ ਸੀਗਾ। ਅਤੇ ਉੱਥੇ ਇੱਕ ਇਹੋ ਜਿਹਾ ਪਰਿਵਾਰ ਸੀ, ਉਹ ਹੈ ਤਾਂ ਉਹਨਾਂ ਦਾ ਵੀ ਬਿਜ਼ਨਸ ਬੜਾ ਸੀ ਤੇ ਉਹ ਚਾਹੁੰਦੇ ਸਨ ਵੀ ਇਹਨਾਂ ਦਾ ਠੱਪ ਹੋ ਜਾਏ। ਉਹਨਾਂ ਨੇ ਬਥੇਰੀਆਂ ਕਲਮਾਂ ਕੁਲਮਾਂ ਕਰਾਈਆਂ, ਬੜੇ ਉਪਚਾਰ ਕੀਤੇ ਵੀ ਇਹਨਾਂ ਦਾ ਬਿਜ਼ਨਸ ਹੀ ਜਿਹੜਾ ਹੈ ਉਹ ਖਤਮ ਹੋ ਜਾਏ। ਅਤੇ ਮਨ ਵਿੱਚ ਉਹਨਾਂ ਦੇ ਚਾਹਨਾ ਬੜੀ ਸੀਗੀ ਵੀ ਸ਼ਾਇਦ ਵੀ ਇਹਨਾਂ ਦਾ ਬਿਜ਼ਨਸ ਖਤਮ ਹੋ ਜਾਏਗਾ ਅਤੇ ਹਰ ਪਾਸੇ ਸਾਡੀ ਚੜ੍ਹਤ ਹੋਵੇਗੀ, ਪਰ ਐਸਾ ਹੋਇਆ ਨਹੀਂ। ਸਮਾਂ ਲੰਘਦਾ ਗਿਆ, ਮਹੀਨਾ 2 ਮਹੀਨੇ ਲੰਘ ਗਏ ਅਤੇ ਜਿਹਨੇ ਉਹ ਸਦਿਆ ਸੀ ਨਾ ਗੋਂ ਕਲਮਾ ਆਦਿਕ ਕਰਨ ਵਾਲਾ, ਅਤੇ ਸਾਧ ਸੰਗਤ ਜੀ ਕਲਮਾ ਕਰਨ ਵਾਲੇ ਨੇ ਉਹਨੂੰ ਇਹ ਗੱਲ ਕਹੀ ਸੀ ਵੀ ਮੇਰੀ ਗਰੰਟੀ ਹੈ ਵੀ ਉਹਦਾ ਕੁਛ ਨਹੀਂ ਬਚਦਾ। ਉਹ ਕਈ ਮਹੀਨਿਆਂ ਬਾਅਦ ਸੋਚਿਆ ਵੀ ਚੱਲ ਵੇਖ ਕੇ ਆਉਨੇ ਆ ਵੀ ਹੁਣ ਤਾਂ ਉੱਜੜ ਗਏ ਹੋਣਗੇ। ਜਦੋਂ ਉੱਥੇ ਆਇਆ ਅਤੇ ਉਹ ਸਰਦਾਰ ਸਾਹਿਬ ਉੱਦਾਂ ਹੀ ਵਸਦੇ ਆਨੰਦ ਦੇ ਵਿੱਚ, ਅਤੇ ਵੇਖ ਕੇ ਉਹਦਾ ਮੂੰਹ ਜਿਹੜਾ ਸੀ ਉਹ ਪੀਲਾ ਪੈ ਗਿਆ ਵੀ ਮੈਂ ਤਾਂ ਸੋਚਿਆ ਸੀ ਵੀ ਉੱਜੜ ਗਏ ਹੋਣਗੇ, ਪਰ ਇਹ ਤਾਂ ਉੱਦਾਂ ਹੀ ਨੇ। ਉਹਨੇ ਬੜੇ ਯਤਨ ਕੀਤੇ, ਪਰ ਅਖੀਰ ਉਹ ਜਿਹੜਾ ਕਲਮਾ ਕਰਨ ਵਾਲਾ ਸੀ ਨਾ, ਉਹ ਕਹਿੰਦਾ ਵੀ ਮੈਨੂੰ ਉੱਥੇ ਲੈ ਕੇ ਜਾਓ ਵੀ ਜਿੱਥੇ ਉਹ ਰਹਿੰਦੇ ਨੇ।
ਮੈਂ ਇੱਕ ਵਾਰ ਵੇਖਣਾ ਤਾਂ ਚਾਹੁੰਦਾ ਵੀ ਇਹੋ ਜਿਹਾ ਕਿਹੜਾ ਉਹਨਾਂ ਦੇ ਘਰ ਦੇ ਵਿੱਚ ਪ੍ਰਤਾਪ ਹੈ ਕਿ ਮੇਰੀ ਕਲਮ ਹੀ ਕੋਈ ਨਹੀਂ ਚੱਲਦੀ ਉੱਥੇ। ਮੈਂ ਬੜੀਆਂ ਜਿਹੜੀਆਂ ਕਲਮਾਂ ਆਦਿਕ ਪੜ੍ਹੀਆਂ ਨੇ, ਇੱਦਾਂ ਅੱਜ ਤੱਕ ਨਹੀਂ ਹੋਇਆ ਕਿ ਮੇਰਾ ਵਾਰ ਕਦੇ ਖਾਲੀ ਚਲਾ ਗਿਆ ਹੋਵੇ। ਅਤੇ ਕਹਿੰਦੇ ਜਦੋਂ ਘਰ ਦੇ ਪਾਸ ਪਹੁੰਚੇ, ਦਰਵਾਜ਼ਾ ਖੜਕਾਇਆ ਉਹਨਾਂ ਨੇ, ਸਰਦਾਰ ਸਾਹਿਬ ਜਦੋਂ ਅੰਦਰੋਂ ਬਾਹਰ ਨਿਕਲੇ ਨਾ ਅਤੇ ਕਹਿੰਦੇ ਜੀ ਆਓ, ਕਿਵੇਂ ਆਉਣਾ ਹੋਇਆ ਤੁਹਾਡਾ। ਕਹਿੰਦੇ ਜਦੋਂ ਉਹਨਾਂ ਨੂੰ ਅੰਦਰ ਲੈ ਕੇ ਗਏ ਨਾ ਅਤੇ ਅੰਦਰ ਪੈਰ ਜਦੋਂ ਪਾਇਆ ਅਤੇ ਇਹੋ ਜਿਹਾ ਝਟਕਾ ਵੱਜਿਆ ਨਾ, ਉਹ ਜਿਹੜਾ ਕਲਾਮਾਂ ਆਦਿਕ ਕਰਨ ਵਾਲਾ ਸੀ, ਅਤੇ ਉਹ ਹੱਥ ਜੋੜ ਕੇ ਕਹਿਣ ਲੱਗਾ, ਸਰਦਾਰ ਸਾਹਿਬ ਮੈਨੂੰ ਇੰਨਾ ਕੁ ਦੱਸ ਦਿਓ ਵੀ ਤੁਹਾਡੇ ਕੋਲ ਇਹੋ ਜਿਹਾ ਕੀ ਹੈ। ਮੈਂ ਸੱਚ ਦੱਸਦਾ ਕਿ ਤੁਹਾਡਾ ਉਜਾੜਾ ਕਰਨ ਵਾਸਤੇ ਮੈਂ ਜ਼ੋਰ ਲਾ ਲਿਆ, ਪਰ ਤੁਹਾਡਾ ਵਿਗੜਿਆ ਕੁਝ ਨਹੀਂ। ਤੁਹਾਡੇ ਪਾਸ ਇਹੋ ਜਿਹਾ ਕੀ ਹੈ। ਕਹਿੰਦੇ ਜਦੋਂ ਇਹ ਬਚਨ ਸੁਣੇ ਅਤੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਹ ਕਹਿਣ ਲੱਗਾ ਕਿ ਭਲਿਆ ਸਾਡੇ ਪਾਸ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਮੂਲ ਮੰਤਰ ਹੈ। ਮੇਰੇ ਕੋਲ ਮੂਲ ਮੰਤਰ ਹੈ, ਸਾਡੇ ਪਰਿਵਾਰ ਵਿੱਚ 8 ਪਹਿਰ ਮੂਲ ਮੰਤਰ ਚੱਲਦਾ ਹੈ। ਅਤੇ ਕਹਿੰਦਾ ਫਿਰ ਉਸ ਮੰਤਰ ਤੋਂ ਵੱਡਾ ਮੰਤਰ ਦੁਨੀਆ ਦੇ ਵਿੱਚ ਕੋਈ ਨਹੀਂ। ਮੈਂ ਗੱਲ ਕੇਵਲ ਸੰਖੇਪ ਵਿੱਚ ਸੁਣਾਈ ਹੈ, ਬੜੀ ਵਿਸਥਾਰ ਵਾਲੀ ਹੈ। ਉਹਨਾਂ ਨੇ ਦਰਸਾ ਦਿੱਤਾ ਕਿ ਜਿਹੜਾ ਬੰਦਾ ਮੂਲ ਮੰਤਰ ਦਾ ਜਾਪ ਕਰਦਾ ਹੈ ਨਾ, ਉਹਦੇ 'ਤੇ ਦੁਨੀਆ ਦਾ ਕੋਈ ਵਾਰ ਨਹੀਂ ਚੱਲਦਾ। ਇਹ ਗੂਗੇ ਵਿਚਾਰੇ ਕੀ ਕਰ ਲੈਣਗੇ? ਇਹ ਤਾਂ ਆਪ ਇੱਥੇ ਰੋਂਦੇ ਫਿਰਦੇ ਨੇ ਸੇਵੀਆਂ ਪਿੱਛੇ, ਅਤੇ ਤੁਹਾਡਾ ਕੀ ਵਿਗਾੜ ਲੈਣਗੇ? ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਕ ਨੇ, ਉਹਨਾਂ ਦੇ ਉੱਤੇ ਨਹੀਂ ਕਿਸੇ ਦਾ ਵਾਰ ਚੱਲਦਾ। ਉਹ ਗੱਲ ਵੱਖਰੀ ਆ ਵੀ ਅਸੀਂ ਗੁਰੂ ਦੇ ਨਾਲੋਂ ਭਰੋਸਾ ਜਦੋਂ ਇਹਨਾਂ 'ਤੇ ਜ਼ਿਆਦਾ ਕਰ ਲੈਂਦੇ ਹਾਂ, ਫਿਰ ਤਾਂ ਲੱਤਾਂ ਘੜੀਸਣੀਆਂ ਹੀ ਨੇ ਉਹਨਾਂ ਨੇ। ਅਯੂਬ ਖਾਨ ਰਾਸ਼ਟਰਪਤੀ ਸੀ ਪਾਕਿਸਤਾਨ ਦਾ, ਛੋਟਾ ਜਿਹਾ ਬੱਚਾ ਹੁੰਦਾ ਸੀ ਉਹ, ਜਦੋਂ ਸਕੂਲ ਜਾਣਾ ਅਤੇ ਮਾਰ ਪੈਣੀ। ਇੱਕ ਦਿਨ ਗੁਰਦੁਆਰਾ ਸਾਹਿਬ ਜਾ ਕੇ ਬਹਿ ਗਿਆ ਅਤੇ ਗ੍ਰੰਥੀ ਸਿੰਘ ਨੇ ਵੇਖ ਲਿਆ, ਬੇਟਾ ਵੀ ਤੂੰ ਉੱਦਾਂ ਜਾਪਦਾ ਵੀ ਜਿਵੇਂ ਰੋਜ਼ ਸਕੂਲ ਜਾਂਦਾ, ਪਰ ਤੂੰ ਇੱਥੇ ਕਿਉਂ ਬਹਿਨਾ? ਆਖਦਾ ਬਾਬਾ ਉੱਥੇ ਮਾਰ ਪੈਂਦੀ, ਆਉਂਦਾ ਆਪਾਂ ਨੂੰ ਕੁਝ ਨਹੀਂ। ਕਹਿੰਦੇ ਇਸ ਤਰ੍ਹਾਂ ਕਰੀ, ਕੱਲ੍ਹ ਜਦੋਂ ਸਕੂਲ ਜਾਏਗਾ ਨਾ ਅਤੇ ਮੂਲ ਮੰਤਰ ਦਾ ਪਾਠ ਕਰ ਲਈ, ਤੈਨੂੰ ਮਾਰ ਨਹੀਂ ਪੈਣੀ। ਹੋਇਆ ਇੱਦਾਂ ਹੀ, ਬੱਚਾ ਸੀ, ਸੋਚਿਆ ਵੀ ਚਲੋ ਕੋਈ ਨਹੀਂ, ਇੱਕ ਵਾਰ ਕਰਕੇ ਵੇਖ ਲੈਂਦੇ ਹਾਂ। ਕਹਿੰਦੇ ਜਦੋਂ ਉਹਨਾਂ ਨੇ ਮੂਲ ਮੰਤਰ ਦਾ ਪਾਠ ਕੀਤਾ, ਮੂਲ ਮੰਤਰ ਦਾ ਪਾਠ ਕਰਕੇ ਅਗਲੇ ਦਿਨ ਚਲੇ ਗਏ ਅਤੇ ਮਾਰ ਨਹੀਂ ਪਈ ਉਸ ਦਿਨ। ਇੱਕ ਦਿਨ ਲੰਘ ਗਏ, 2 ਦਿਨ ਲੰਘ ਗਏ, ਰੋਜ਼ ਮੂਲ ਮੰਤਰ ਦਾ ਪਾਠ ਕਰਨਾ, ਸਕੂਲੋਂ ਮਾਰ ਨਹੀਂ ਪੈਂਦੀ। ਨਿਸ਼ਚਾ ਬਣ ਗਿਆ ਅਤੇ ਉਸ ਮੂਲ ਮੰਤਰ ਦੀ ਬਰਕਤ ਨੇ ਕੀ ਬਣਾ ਦਿੱਤਾ, ਜਿਹੜੇ ਬੱਚੇ ਨੂੰ ਪੜ੍ਹਾਈ ਨਹੀਂ ਸੀ ਆਉਂਦੀ, ਉਹ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਗਿਆ। ਔਰ ਉਹਦੇ ਘਰ ਦੀਆਂ ਦੀਵਾਰਾਂ ਦੇ ਉੱਤੇ ਮੂਲ ਮੰਤਰ ਚਿਤਰਿਆ ਹੋਇਆ ਹੈ। ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਸੀ ਉਹਦਾ। ਇਸ ਕਰਕੇ ਗੁਰਮੁਖੋ, ਇਹ ਮੂਲ ਮੰਤਰ ਉਹ ਮਹਾਨ ਮੰਤਰ ਹੈ ਜਿਹੜਾ ਮਹਾ ਮੰਤਰ ਗੁਰੂ ਨਾਨਕ ਸਾਹਿਬ ਜੀ ਪਹਿਲੀ ਦਫਾ ਸੱਚਖੰਡ ਦੇ ਵਿੱਚੋਂ ਲੈ ਕੇ ਆਏ ਸਨ। ਇਹ ਮਹਾ ਮੰਤਰ ਉਹ ਹੈ ਜਿਹੜਾ ਅਕਾਲ ਪੁਰਖ ਨੇ ਆਪ ਗੁਰੂ ਸਾਹਿਬ ਨੂੰ ਦਿੱਤਾ ਹੈ। ਇਸ ਕਰਕੇ ਜਿਹੜਾ ਸਿੱਖ ਰੋਜ਼ ਇਹਦਾ ਜਾਪ ਜਪਦਾ, ਭਾਵੇਂ 5 ਮਿੰਟ 10 ਮਿੰਟ, ਦੁਨੀਆ ਦਾ ਤੰਤਰ ਮੰਤਰ ਜੰਤਰ ਆਦਿਕ ਉਹਦੇ 'ਤੇ ਕਦੇ ਵੀ ਪ੍ਰਭਾਵ ਨਹੀਂ ਪਾ ਸਕਦਾ। ਇਸ ਕਰਕੇ ਗੁੱਗੋ ਲਾਂਝੋ ਭੂਤ ਜੋ ਪ੍ਰੇਤ ਦੂਰ ਕਰਾਏ ਇਨਕੇ ਹੇਤ, ਜਿਹੜੇ ਲੋਕ ਇਹਨਾਂ ਨਾਲ ਪ੍ਰੇਮ ਕਰਦੇ ਸਨ ਅਤੇ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਪੂਜਾ ਜਿਹੜੀ ਆ ਦੂਰ ਕਰਾ ਕੇ ਸੱਚੇ ਨਾਮ ਨਾਲ ਸਭਨਾਂ ਨੂੰ ਜੋੜ ਦਿੱਤਾ। ਦੋਹਰਾ ਤੁਰਕਨ ਕੇ ਹਿੰਦੂਆਨ ਕੇ ਜੈ ਜੈ ਦੇਸੈ ਜਾਏ। ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜਿੱਥੇ ਜਿੱਥੇ ਵੀ ਦੇਸ਼ ਵਸਦੇ ਨੇ, ਗੁਰੂ ਨਾਨਕ ਸਾਹਿਬ ਜੀ ਉਸ ਦੇਸ਼ ਦੇ ਵਿੱਚ ਗਏ ਹਨ। ਹੱਕ ਪਰਾਇਓ ਪੁਨ ਕਹੈ ਉਸੈ ਸੂਰ ਉਸ ਗਾਏ। ਜਦੋਂ ਮੁਸਲਮਾਨਾਂ ਦੇ ਇਲਾਕੇ ਵਿੱਚ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਭਾਈ ਪਰਾਇਆ ਧਨ ਪਰਾਇਆ ਹੱਕ ਖਾਣਾ ਤੁਹਾਡੇ ਵਾਸਤੇ ਸੂਰ ਖਾਣ ਦੇ ਵੱਧ ਹੈ। ਹਿੰਦੂਆਂ ਦੇ ਦੇਸ਼ ਵਿੱਚ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਤੁਹਾਡੇ ਵਾਸਤੇ ਪਰਾਇਆ ਹੱਕ ਖਾਣਾ ਗਊ ਖਾਣ ਦੇ ਬਰਾਬਰ ਹੈ। ਬਾਣੀ ਵੀ ਕਹਿੰਦੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਹੱਕ ਖਾਣਾ ਪਰਾਇਆ ਧਨ ਖਾਣਾ, ਗੁਰੂ ਸਾਹਿਬ ਜੀ ਕਹਿੰਦੇ ਨੇ ਮੁਰਦਾ ਖਾਣ ਦੇ ਤੁਲ ਮੁਰਦਾ ਖਾਣ ਦੇ ਬਰਾਬਰ ਹੈ। ਜੇ ਮੁਸਲਮਾਨ ਕਿਸੇ ਦਾ ਹੱਕ ਖਾਂਦਾ ਹੈ ਉਹ ਸੂਰ ਖਾਂਦਾ ਹੈ, ਜੇ ਹਿੰਦੂ ਕਿਸੇ ਦਾ ਹੱਕ ਖਾਂਦਾ ਤੇ ਉਹ ਗਾਂ ਖਾਂਦਾ ਹੈ। ਐਸੇ ਭਾਤ ਉਨ ਸੱਚ ਸੁਣਾਏ। ਇਸ ਪ੍ਰਕਾਰ ਸਤਿਗੁਰੂ ਜੀ ਸਾਰੇ ਜੀਵਾਂ ਨੂੰ ਸੱਚ ਦਾ ਉਪਦੇਸ਼ ਸੁਣਾਉਂਦੇ ਹਨ। ਦੇਵੈ ਦੋਇ
ਬਿਨ ਸਾਚ ਲਗਾਏ। ਦੋਹਾਂ ਨੂੰ ਇੱਕੋ ਜਿਹਾ ਉਪਦੇਸ਼ ਦੇ ਕਰਕੇ ਸੱਚ ਦੇ ਨਾਮ ਜੋੜਦੇ ਹਨ। ਤੁਰਕ ਕੁਰਾਨ ਓ ਹਿੰਦੂਆਂ ਵੇਦ। ਤੁਰਕਾਂ ਨੂੰ ਉਹਨਾਂ ਦਾ ਧਾਰਮਿਕ ਗ੍ਰੰਥ ਜਿਹੜਾ ਕੁਰਾਨ ਹੈ, ਕੁਰਾਨ ਵਿੱਚੋਂ ਉਪਦੇਸ਼ ਬਖਸ਼ਦੇ ਨੇ, ਉਦਾਹਰਨਾਂ ਦਿੰਦੇ ਨੇ ਵੀ ਤੁਹਾਡੀ ਕੁਰਾਨ ਵਿੱਚ ਇੱਦਾਂ ਲਿਖਿਆ ਹੋਇਆ ਹੈ। ਜਿਹੜੇ ਹਿੰਦੂ ਨੇ ਉਹਨਾਂ ਨੂੰ ਵੇਦਾਂ ਦੇ ਵਿੱਚੋਂ ਉਪਦੇਸ਼ ਬਖਸ਼ਿਸ਼ ਕਰਦੇ ਵੀ ਤੁਹਾਡੇ ਵੇਦ ਇਸ ਤਰ੍ਹਾਂ ਕਹਿੰਦੇ ਨੇ ਤੇ ਤੁਸੀਂ ਵੇਖੋ ਤੁਸੀਂ ਕੀ ਕਰਦੇ ਹੋ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵੀ ਫਰਮਾਨ ਕਰਦੇ ਨੇ, ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬਿਤਾਲਿਆ। ਵੇਦਾਂ ਦੇ ਵਿੱਚ ਨਾਮ ਦੀ ਮਹਿਮਾ ਵੀ ਕੀਤੀ ਗਈ ਹੈ ਵੀ ਉਹ ਕਹਿੰਦੇ ਵੀ ਨਾਮ ਹੀ ਉੱਤਮ ਹੈ, ਪਰ ਉਹ ਨਾਮ ਤਾਂ ਤੂੰ ਸੁਣਦਾ ਨਹੀਂ ਤੇ ਕਰਮਕਾਂਡਾਂ ਦੇ ਵਿੱਚ ਬਿਤਾਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਤੇ ਫਿਰ ਜਦੋਂ ਨਾਮ ਦੀ ਮਹਿਮਾ ਨੂੰ ਨਾ ਪਛਾਣ ਕੇ ਕਰਮ ਕਰੇਗਾ, ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਗਾਤੀ ਲੁੱਟੈ, ਫਿਰ ਲੁੱਟੇ ਜਾਓਗੇ। ਇਸ ਕਰਕੇ ਹਿੰਦੂਆਂ ਨੂੰ ਕੁਰਾਨ ਵਿੱਚੋਂ ਉਦਾਹਰਨਾਂ ਦੇ ਕੇ, ਮਾਫ ਕਰਨਾ, ਹਿੰਦੂਆਂ ਨੂੰ ਵੇਦਾਂ ਵਿੱਚੋਂ ਉਦਾਹਰਨਾਂ ਦੇ ਕੇ ਤੇ ਮੁਸਲਮਾਨਾਂ ਨੂੰ ਕੁਰਾਨ ਵਿੱਚੋਂ ਉਦਾਹਰਨਾਂ ਦੇ ਦੇ ਸਮਝਾਉਂਦੇ ਹਨ। ਆਜ ਕੈ ਉਨ ਸੱਚ ਸੱਚ ਭੇਦ। ਜਿਹੜਾ ਸੱਚੋ ਸੱਚ ਭੇਦ ਹੈ ਉਹਨਾਂ ਨੂੰ ਸਤਿਗੁਰੂ ਦੱਸਦੇ ਹਨ। ਇੱਕ ਵਾਰ ਬਾਬਾ ਜੀ ਅਚਲੈ ਗਇਓ। ਇੱਕ ਦਫਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਅਚਲ ਬਟਾਲੇ ਦੀ ਧਰਤੀ ਤੇ ਗਏ ਹਨ। ਮੋਹਾ ਮੇਲਾ ਥਾਂ ਸਿਦਨ ਕਯੋ। ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਭਾਈ ਗੁਰਦਾਸ ਜੀ ਲਿਖਦੇ ਨੇ, ਅਚਲ ਬਟਾਲੇ ਮਹਾਂਦੇਵ ਦਾ ਸ਼ਿਵ ਜੀ ਦਾ ਬਹੁਤ ਵੱਡਾ ਮੰਦਿਰ ਹੈ ਤੇ ਉਸ ਜਗ੍ਹਾ ਤੇ ਮੇਲਾ ਭਰਦਾ ਸੀ ਸ਼ਿਵਰਾਤਰੀ ਦਾ, ਤੇ ਸਾਰੇ ਸਿੱਧ ਉਸ ਮੇਲੇ ਵਿੱਚ ਆਇਆ ਕਰਦੇ ਸਨ। ਤੇ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਵੀ ਸ਼ਿਵਰਾਤਰੀ ਦਾ ਮੇਲਾ, ਕਿਉਂਕਿ ਸਿੱਧ ਮਿਲ ਕੇ ਗਏ ਮਹਾਰਾਜ ਨੂੰ ਤੇ ਜਾਂਦਿਆਂ ਚਰਚਾ ਕਰਕੇ ਵੀ ਗਏ ਵੀ ਸ਼ਿਵਰਾਤਰੀ ਦਾ ਮੇਲਾ ਤੁਸੀਂ ਵੀ ਆਇਓ। ਪਾਤਸ਼ਾਹ ਕਹਿੰਦੇ ਵੀ ਭਾਈ ਅਸੀਂ ਗਰੀਬ ਬੰਦੇ, ਤੁਸੀਂ ਉੱਡ ਕੇ ਤੁਰ ਜਾਣਾ ਤੇ ਅਸੀਂ ਤਾਂ ਤੁਰ ਕੇ ਆਉਣਾ, ਤੇ ਸਾਡਾ ਤੁਹਾਡਾ ਮੇਲ ਕਿੱਥੇ ਹੈ? ਕਹਿੰਦੇ ਜੀ ਅਲਖ ਨਿਰੰਜਨ ਕਹਿ ਕੇ ਉਹ ਚੱਲ ਪਏ ਤੇ ਗੁਰੂ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੀ ਉੱਥੇ ਬੈਠੇ ਸਨ। ਕਹਿੰਦੇ ਮਰਦਾਨਿਆਂ ਨੇਤਰ ਬੰਦ ਕਰ ਵੀ ਚਲੀਏ। ਭਾਈ ਮਰਦਾਨੇ ਨੇ, ਸਤਿਗੁਰਾਂ ਨੇ ਨੇਤਰ ਬੰਦ ਕੀਤੇ ਤੇ ਅੱਖ ਦੇ ਫੋਰ ਵਿੱਚ ਜਾ ਪਹੁੰਚੇ। ਤੇ ਜਦੋਂ ਸਿੱਧ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਜੀ ਪਹਿਲਾਂ ਹੀ ਮੂਹਰੇ ਬੈਠੇ ਸਨ। ਲੋਕ ਨਮਸਕਾਰਾਂ ਕਰ ਰਹੇ ਸਨ ਤੇ ਵੇਖੇ ਸੜ ਗਏ ਵੀ ਇਹ ਤਾਂ ਸਾਡੇ ਤੋਂ ਪਹਿਲਾਂ ਹੀ ਆ ਗਏ ਨੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸ਼ਿਵਰਾਤਰੀ ਦੇ ਮੇਲੇ ਤੇ ਅਚਲ ਬਟਾਲੇ ਦੀ ਧਰਤੀ ਤੇ ਗਏ ਨੇ, ਜਿੱਥੇ ਸਿੱਧਾਂ ਦਾ ਬੜਾ ਭਾਰੀ ਇਕੱਠ ਮੇਲਾ ਸਜਿਆ ਹੈ। ਕਰ ਗੋਸ਼ ਤੇ ਬੀਜਤ ਲਏ। ਸਭ ਤੋਂ ਪਹਿਲਾਂ ਮਹਾਰਾਜ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ, ਵਿਚਾਰ ਚਰਚਾ ਕੀਤੀ ਹੈ। ਜਿਹੜੇ ਤਾਂ ਸਮਝਦਾਰ ਸਨ ਉਹਨਾਂ ਨੂੰ ਤਾਂ ਗਿਆਨ ਵਿਚਾਰ ਚਰਚਾ ਦੇ ਨਾਲ ਹੀ ਸਤਿਗੁਰੂ ਜੀ ਨੇ ਜਿੱਤ ਲਿਆ ਹੈ। ਲਾਏ ਸਿੱਧੇ ਤੇ ਉਹ ਥੱਕ ਗਏ। ਤੇ ਕਈ ਫਿਰ ਬਹੁਤੇ ਭੰਗਰਨਾਥ ਵਰਗੇ ਨਾ ਅੜਬ ਸਨ, ਬਹੁਤੇ ਹੀ ਅੜਬ ਸਨ। ਭੰਗਰਨਾਥ ਨਹੀਂ ਸੀ ਛੇਤੀ ਕਿਤੇ ਮੰਨਦਾ ਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੜੀਆਂ ਕਰਾਮਾਤਾਂ ਉਹਨਾਂ ਵਿਖਾਈਆਂ ਤੇ ਅਖੀਰ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਦੀ ਖੜਾਂ ਛੱਡ ਦਿੱਤੀ। ਭੰਗਰਨਾਥ ਨਾ ਆਕਾਸ਼ ਵਿੱਚ ਉੱਡਦਾ ਸੀ, ਖੜਾਂ ਛੱਡ ਦਿੱਤੀ ਮਹਾਰਾਜ ਨੇ। ਉਹ ਜਿੱਥੇ ਜਾਇਆ ਕਰੇ ਤੇ ਸਿਰ 'ਚ ਖੜਾਂ ਵੱਜਿਆ ਕਰੇ ਉਹਦੇ। ਅਖੀਰ ਜਦੋਂ ਸਿਰ ਪੋਲਾ ਹੋ ਗਿਆ ਤੇ ਧਰਤੀ ਤੇ ਉਤਰ ਆਇਆ ਤੇ ਆ ਕੇ ਮਾਫੀ ਮੰਗੀ ਮਹਾਰਾਜ ਦੇ ਚਰਨਾਂ ਵਿੱਚੋਂ। ਇਸ ਕਰਕੇ ਕਈਆਂ ਨੂੰ ਤਾਂ ਗੋਸ਼ਟ ਕਰਕੇ, ਚਰਚਾ ਕਰਕੇ, ਵਿਚਾਰ ਕਰਕੇ ਜਿੱਤ ਲਿਆ, ਤੇ ਜਿਹੜੇ ਇੱਦਾਂ ਨਹੀਂ ਸਨ ਮੰਨਦੇ ਤੇ ਉਹਨਾਂ ਨੂੰ ਫਿਰ ਕਰਾਮਾਤਾਂ ਵਿਖਾ ਕੇ ਮਹਾਰਾਜ ਨੇ ਕਾਬੂ ਕਰ ਲਿਆ ਹੈ। ਸਿਰ ਕੁਰਲਾਣੇ ਬਾਲ ਗੁੰਦਾਏ। ਸਿੱਧ ਜਿਤੀ ਸਿੱਧ ਮੰਡਲੀ, ਸ਼ਬਦ ਜਿਤੀ ਸਿੱਧ ਮੰਡਲੀ, ਕਿਤੋਂ ਸੇ ਆਪਣਾ ਪੰਥ ਨਿਰਾਲਾ। ਭਾਈ ਗੁਰਦਾਸ ਜੀ ਕਹਿੰਦੇ ਗੁਰ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀ ਮੰਡਲੀ ਜਿੱਤ ਲਈ ਤੇ ਉਹਨਾਂ ਵਿੱਚ ਆਪਣਾ ਨਿਰਾਲਾ ਜਿਹੜਾ ਪੰਥ ਹੈ ਉਹ ਪ੍ਰਗਟ ਕਰ ਦਿੱਤਾ। ਜਦੋਂ ਸਿੱਧਾਂ ਨੇ ਵੇਖਿਆ ਵੀ ਸਾਡੀ ਤਾਂ ਦੋਨੇ ਤਰੀਕੇ ਨਾਲ ਹਾਰ ਹੋ ਗਈ, ਗਿਆਨ ਚਰਚਾ 'ਚ ਵੀ ਹਾਰ ਗਏ ਤੇ ਰਿੱਧੀਆਂ ਸਿੱਧੀਆਂ ਵਿਖਾਉਣ ਦੇ ਚੱਕਰ 'ਚ ਵੀ ਹਾਰ ਗਏ, ਤੇ ਫਿਰ ਜਿਹੜਾ ਬਾਲ ਗੁੰਦਾਈ ਸੀ ਨਾ, ਫਿਰ ਉਹਦੇ ਕੋਲ ਜਾ ਕੇ ਇਹ ਕੁਰਲਾਣ ਲੱਗੇ ਹਨ। ਹਾਰ ਸਿਦਨ ਜਾਏ ਚੁਗਲੇ ਖਾਏ। ਕਹਿੰਦੇ ਜਿਹੜਾ ਬਾਲ ਗੁੰਦਾਈ ਤੇ ਇਹ ਬਾਲ ਗੁੰਦਾਈ ਦੇ ਕੋਲ ਜਾ ਕਰਕੇ ਕੁਰਲਾਣ ਲੱਗੇ ਹਨ। ਨਾਨਕ ਸਿੱਧ ਨਵਾਂ ਇੱਕ ਭਇਆ। ਹਾਰ ਸਿੱਧਨ ਜਾਏ ਚੁਗਲੀ ਖਾਈ। ਮਹਾਰਾਜ ਤੋਂ ਹਾਰ ਕੇ ਤੇ ਇਹਨਾਂ ਨੇ ਜਾ ਕਲ ਕੇ ਚੁਗਲੀ ਕਰ ਦਿੱਤੀ ਤੇ ਕਹਿਣ ਲੱਗੇ ਇੱਕ ਨਵਾਂ ਨਾਨਕ ਨਾਮ ਦਾ ਨਾ ਸਿੱਧ ਪੈਦਾ ਹੋਇਆ ਹੈ। ਸਭ ਕੇ ਲਾਏ ਸੋ ਲੈ ਗਿਆ। ਤੇ ਉਹ ਜਿਹੜਾ ਸਿੱਧ ਨਾ ਸਾਡੀ ਸਾਰਿਆਂ ਦੀ ਨਾ ਪੱਤ ਲਾਜ ਲਾ ਕੇ ਲੈ ਗਿਆ।
ਉਹਨੇ ਗਿਆਨ ਵਿੱਚ ਵੀ ਹਰਾ ਦਿੱਤਾ ਤੇ ਕਰਾਮਾਤਾਂ ਵਿੱਚ ਵੀ ਸਾਨੂੰ ਹਰਾ ਦਿੱਤਾ ਹੈ। ਸੁਣ ਸਿਦਨ ਕਿਉ ਹੰਕਾਰ। ਇਹ ਬਚਨ ਸੁਣ ਕੇ ਅੱਗੋਂ ਬਾਲ ਗੁੰਦਾਈ ਨੇ ਵੀ ਬੜਾ ਹੰਕਾਰ ਕੀਤਾ ਵੀ ਮੇਰੇ ਤੋਂ ਵੱਡਾ ਕਿਹੜਾ ਇਹੋ ਜਿਹਾ ਸੁਣ ਸਿਦਨ ਕਿਉ ਹੰਕਾਰ। ਉਹਨੇ ਬੜਾ ਸੁਣ ਕੇ ਹੰਕਾਰ ਕੀਤਾ, ਮਾਣ ਕੀਤਾ ਵੀ ਮੇਰੇ ਤੋਂ ਵੱਡਾ ਕੋਈ ਹੋਰ ਹੋ ਹੀ ਨਹੀਂ ਸਕਦਾ। ਇਹਾਂ ਆਵੇ ਤੋ ਜਾਊਗਾ ਹਾਰ। ਉਹ ਕਹਿੰਦਾ ਵੀ ਜੇਕਰ ਉਹ ਨਾਨਕ ਨਾਮ ਦਾ ਸਿੱਧ ਇੱਥੇ ਆ ਗਿਆ ਨਾ ਤਾਂ ਇੱਥੇ ਆ ਕੇ ਹਾਰੇਗਾ ਜ਼ਰੂਰ। ਜੈ ਸੁਨ ਬਾਬਾ ਜੀ ਉਹਾਂ ਸੁਧਾਰੋ। ਤੇ ਜਦੋਂ ਸਤਿਗੁਰਾਂ ਨੇ ਇਸ ਬਾਰੇ ਸੁਣਿਆ ਵੀ ਬਾਲ ਗੁੰਦਾਈ ਵੀ ਬੜਾ ਮਾਣ ਹੰਕਾਰ ਕਰੀ ਜਾਂਦਾ ਤੇ ਗੁਰੂ ਸਾਹਿਬ ਜੀ ਫਿਰ ਉੱਥੇ ਨੂੰ ਚੱਲ ਪਏ, ਕਿਉਂਕਿ ਜਿੱਥੇ ਜਿੱਥੇ ਕੋਈ ਮਰੀਜ਼ ਰਹਿੰਦਾ ਸੀ ਨਾ ਉੱਥੇ ਉੱਥੇ ਹੀ ਮਹਾਰਾਜ ਜ਼ਰੂਰ ਜਾਇਆ ਕਰਦੇ ਸਨ। ਇਹ ਹੰਕਾਰ ਦਾ ਮਰੀਜ਼ ਸੀਗਾ, ਇਸ ਕਰਕੇ ਸਤਿਗੁਰੂ ਇਹਨੂੰ ਵੀ ਦਵਾਈ ਦੇਣ ਵਾਸਤੇ ਉੱਥੇ ਪਹੁੰਚ ਗਏ। ਉਸ ਕੋ ਜੀਤ ਗੁਰ ਆਗੇ ਪਧਾਰੇ। ਬਾਲ ਗੁੰਦਾਈ ਦੇ ਨਾਲ ਵੀ ਚਰਚਾ ਹੋਈ ਸਤਿਗੁਰਾਂ ਦੀ, ਅਖੀਰ ਉਹ ਵੀ ਸਤਿਗੁਰਾਂ ਦੇ ਸਨਮੁਖ ਹਾਰ ਗਿਆ ਤੇ ਉਹਨੂੰ ਜਿੱਤ ਕੇ ਸਤਿਗੁਰੂ ਨਾਮ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਹਨ। ਦੋਹਰਾ ਪੀਰ ਪਟਨ ਮੁਲਤਾਨ ਮਦ ਮੋਚਨ ਲੋ ਜੋ ਪੀਰ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰੀਦ ਪਟਨ ਦੇ ਇਲਾਕੇ ਵਿੱਚ ਗਏ। ਬਾਬਾ ਫਰੀਦ ਸਾਹਿਬ ਜੀ ਦਾ ਜਿਹੜਾ ਇਲਾਕਾ ਸੀਗਾ ਉੱਥੇ ਲੋਕਾਂ ਨੂੰ ਉਪਦੇਸ਼ ਦਿੱਤਾ। ਫਿਰ ਮੁਲਤਾਨ ਦੇ ਇਲਾਕੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਮੁਲਤਾਨ ਦੇ ਜਿਹੜੇ ਪੀਰ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਜੀ ਆਏ ਨੇ, ਕਿਉਂਕਿ ਜਾਣਦੇ ਤਾਂ ਸਨ ਪਹਿਲਾਂ ਹੀ, ਉਹਨਾਂ ਨੇ ਦੁੱਧ ਦਾ ਕਟੋਰਾ ਜਿਹੜਾ ਭਰ ਕੇ ਨਾ ਤੇ ਗੁਰੂ ਸਾਹਿਬ ਦੇ ਪਾਸ ਭੇਜ ਦਿੱਤਾ। ਇਹਦਾ ਮਤਲਬ ਇਹ ਸੀਗਾ ਵੀ ਮੁਲਤਾਨ ਜਿਹੜਾ ਪੀਰਾਂ ਨਾਲ ਭਰਿਆ ਤੇ ਤੁਹਾਡੇ ਲਈ ਜਗ੍ਹਾ ਕੋਈ ਨਹੀਂ। ਤੇ ਗੁਰੂ ਸਾਹਿਬ ਨੇ ਚਮੇਲੀ ਦਾ ਫੁੱਲ ਲੈ ਕੇ ਨਾ ਦੁੱਧ ਦੇ ਕਟੋਰੇ ਦੇ ਉੱਤੇ ਰੱਖ ਦਿੱਤਾ। ਹੁਣ ਉਹ ਪਾਣੀ 'ਚ ਤੈਰਦਾ ਸੀ। ਜਦੋਂ ਵਾਪਸ ਭੇਜਿਆ ਦੁੱਧ ਦਾ ਕਟੋਰਾ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਵੇਂ ਮੁਲਤਾਨ ਜਿਹੜਾ ਹੈ ਉਹ ਪੀਰਾਂ ਦੇ ਨਾਲ ਭਰਿਆ ਹੋਇਆ ਹੈ, ਪਰ ਇਹ ਯਾਦ ਰੱਖਿਓ ਵੀ ਆਪਾਂ ਤਾਂ ਚੰਬੇਲੀ ਵਾਂਗੂ ਆ। ਤੇ ਸਤਿਗੁਰਾਂ ਦਾ ਇਹ ਜਿਹੜਾ ਕੌਤਕ ਵੇਖ ਕੇ ਉਹ ਹੈਰਾਨ ਹੋ ਗਏ, ਸਮਝ ਗਏ ਅੰਦਰ ਦਾ ਜਿਹੜਾ ਭਾਵ ਸੀਗਾ, ਅੰਦਰ ਦੀ ਰਮਜ਼ ਨੂੰ ਸਮਝ ਗਏ। ਇਸ ਕਰਕੇ ਮੁਲਤਾਨ ਦੇ ਵਿੱਚ ਪੀਰਾਂ ਨਾਲ ਚਰਚਾ ਕਰਨ ਤੋਂ ਬਾਅਦ ਸਤਿਗੁਰ ਜੀ ਅੱਗੇ ਨੂੰ ਸੁਗਮਨ ਕਰ ਗਏ ਹਨ। ਸਮਹਿਨ ਸੋ ਕਰ ਗੋਸਟਾਂ ਮੈਂ ਕਿਸ ਕੀ ਛੱਡੀ ਤਤਬੀਰ। ਸਾਰਿਆਂ ਦੇ ਨਾਲ ਸਤਿਗੁਰਾਂ ਨੇ ਗੋਸ਼ਟ ਕੀਤੀ, ਵਿਚਾਰ ਚਰਚਾ ਕੀਤੀ ਹੈ ਤੇ ਕਿਸੇ ਦਾ ਵੀ ਇਤਨਾ ਬਲ ਨਹੀਂ ਸੀ ਕਿ ਸਤਿਗੁਰਾਂ ਦੇ ਸਨਮੁਖ ਟਿਕ ਸਕੇ। ਹਰ ਕਿਸੇ ਨੂੰ ਆਪਣਾ ਅਹੰਕਾਰ ਛੱਡ ਗੁਰ ਚਰਣੀ ਪੈਣਾ ਪਿਆ ਹੈ। ਜੋ ਪਏ ਐਸੇ ਹੋਰ ਕਹਾ ਲਗ ਗਨੀਏ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਭਾਈ ਹੋਰ ਕਿੱਥੋਂ ਤੱਕ ਗਿਣਤੀ ਕਰਨਾ ਕਰੀਏ। ਪਹੁੰਚੈ ਤਹਾਂ ਸਿਧ ਜਹ ਸੁਣੀਏ। ਸਤਿਗੁਰੂ ਮਹਾਰਾਜ ਜਿੱਥੇ ਵੀ ਸੁਣਦੇ ਨੇ ਕਿ ਇਸ ਜਗ੍ਹਾ ਤੇ ਸਿੱਧ ਰਹਿੰਦੇ ਨੇ ਉੱਥੇ ਹੀ ਜਾ ਪਹੁੰਚਦੇ ਹਨ। ਸਿੱਧੇ ਦੇਖ ਦਿਖਾਏ। ਸ਼ਮੇਰ ਪਰਬਤ ਆਦਿਕ ਤੇ ਵੀ ਪਾਤਸ਼ਾਹ ਜੀ ਗਏ। ਜਦੋਂ ਸਿੱਧਾਂ ਨਾਲ ਚਰਚਾ ਹੋਈ ਤੇ ਸਿੱਧ ਗੋਸ਼ਟ ਨਾਮ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ, ਉਹ ਬਾਣੀ ਸਿੱਧਾਂ ਦੇ ਨਾਲ ਚਰਚਾ ਕਰਕੇ ਮਹਾਰਾਜ ਨੇ ਉਚਾਰਨ ਕੀਤੀ ਹੈ। ਸੱਚ ਦੇ ਲਾਏ। ਸਿੱਧਾਂ ਦੀ ਜਿਹੜੀ ਸਿੱਧੀ ਮਹਾਰਾਜ ਵੇਖਦੇ ਨੇ, ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਤਰੀਕਾ ਵੀ ਉੱਦਾਂ ਦਾ ਵਰਤਦੇ ਨੇ। ਅੱਜ ਕੱਲ੍ਹ ਬੜਾ ਰੌਲਾ ਪਾਉਂਦੇ ਨਾ ਸਾਡੇ ਪ੍ਰਚਾਰਕ ਵੀ ਕਰਾਮਾਤ ਗੁਰੂ ਸਾਹਿਬ ਨੇ ਵਿਖਾਈ ਨਹੀਂ। ਕਿਉਂ ਭਾਈ? ਉਹਨਾਂ ਤੁਹਾਨੂੰ ਪੁੱਛ ਕੇ ਵਿਖਾਉਣੀ ਹੈ, ਉਹਨਾਂ ਦਾ ਮਨ ਕਰਦਾ ਵਿਖਾਉਂਦੇ ਨੇ। ਆਪ ਸਮਰੱਥ ਨੇ, ਜਿਹੜਾ ਸਮਰੱਥ ਹੈ ਉਹਨੂੰ ਕਿਸੇ ਕੋਲੋਂ ਪੁੱਛ ਕੇ ਥੋੜ੍ਹਾ ਕਰਾਮਾਤ ਵਿਖਾਉਣੀ ਹੈ। ਬਾਣੀ ਲਿਖਣੀ ਹੈ ਤੇ ਉਹਨਾਂ ਨੂੰ ਕਿਸੇ ਨੇ ਪੁੱਛਣਾ ਥੋੜ੍ਹਾ ਸਤਿਗੁਰਾਂ ਨੇ ਵੀ ਮੈਂ ਬਾਣੀ ਲਿਖਾਂ ਕਿ ਨਾ ਲਿਖਾਂ। ਭਾਵੇਂ ਦਸਮ ਦੀ ਲਿਖਣ, ਭਾਵੇਂ ਚਰਿਤ੍ਰੋਪਖਿਆਨ ਲਿਖਣ ਤੇ ਭਾਵੇਂ ਜਫਰਨਾਮਾ ਲਿਖਣ। ਗੁਰੂ ਤਾਂ ਗੁਰੂ ਹੈ, ਉਹਦੀ ਮਰਜ਼ੀ ਹੈ। ਗੁਰ ਕਹਿਆ ਸਕਾਰ ਕਮਾਓ। ਪਹਿਲਾ ਉਪਦੇਸ਼ ਸਿੱਖ ਲਈ ਇਹੀ ਹੈ, ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਕਰਨੀ ਕਮਾਓ। ਜੋ ਗੁਰੂ ਦਾ ਉਪਦੇਸ਼ ਹੈ, ਗੁਰ ਕੀ ਕਰਨੀ ਕਾਹੇ ਧਾਵੋ। ਜਿਸ ਰਾਹ 'ਤੇ ਸਤਿਗੁਰੂ ਚੱਲ ਰਹੇ ਨੇ, ਜੋ ਆਪ ਗੁਰੂ ਸਾਹਿਬ ਕਰ ਰਹੇ ਨੇ ਭਾਈ, ਐਸਾ ਨਹੀਂ ਕਿ ਗੁਰੂ ਦੀ ਰੀਸ ਕਰਨ ਲੱਗ ਪਈਏ। ਗੁਰੂ ਦੇ ਉਪਦੇਸ਼ ਦੀ ਕਮਾਈ ਕਰੀਏ, ਫਿਰ ਸਾਡਾ ਭਲਾ ਹੋ ਸਕਦਾ ਹੈ। ਮਹਾਰਾਜ ਨੇ ਕਰਾਮਾਤ ਵਿਖਾਈ ਤਾਂ ਵਿਖਾ ਦਿੱਤੀ। ਉਹਨਾਂ ਵਾਸਤੇ ਕਰਾਮਾਤ ਕੀ ਚੀਜ਼ ਸੀ? ਹਾਂ, ਆਪਣੇ ਲਈ ਨਹੀਂ ਦਿਖਾਈ। ਉਹਨਾਂ ਨੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ ਕਰਾਮਾਤ ਵਿਖਾਈ ਹੈ। ਕੁਝ ਲੋਕ ਗਿਆਨ ਕਰਕੇ ਸਮਝ ਜਾਂਦੇ ਸਨ, ਉਹਨਾਂ ਨੂੰ ਗਿਆਨ ਦਾ ਉਪਦੇਸ਼ ਦੇ ਦਿੱਤਾ। ਤੇ ਜਿਹੜੇ ਸਿੱਧ ਸਨ, ਬੜੇ ਅੜਬ ਸਨ, ਕਰਾਮਾਤੀ ਸਨ, ਉਹਨਾਂ ਨੂੰ ਕਰਾਮਾਤ ਹੀ ਵਿਖਾਉਣੀ ਪੈਣੀ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇੱਕ ਜਗ੍ਹਾ 'ਤੇ ਭਾਈ ਗੱਲਾਂ ਦੇ ਨਾਲ ਗੱਲ ਬਣ ਜਾਂਦੀ ਹੈ।
ਫਿਰ ਕਹਿੰਦੇ ਨੇ ਜਿਸ ਜਗ੍ਹਾ ਤੇ ਦੁਸ਼ਮਣ ਦੂਰ ਖੜਿਆ ਹੋਵੇ ਤੇ ਤੀਰ ਚਲਾਉਣਾ ਪੈਂਦਾ ਹੈ, ਤੇ ਕਹਿੰਦੇ ਜਿੱਥੇ ਵੱਡਾ ਕਿਲ੍ਹਾ ਹੋਵੇ ਨਾ ਤੇ ਕਿਲ੍ਹੇ ਵਿੱਚ ਫੌਜ ਬੈਠੀ ਹੋਵੇ ਤੇ ਜੇ ਉਹਨੂੰ ਜਿੱਤਣਾ ਹੋਵੇ ਉੱਥੇ ਤੋਪ ਦਾ ਗੋਲਾ ਮਾਰਨਾ ਪੈਂਦਾ, ਕਿਲ੍ਹਾ ਤੋੜ ਕੇ ਅੰਦਰ ਜਾਣਾ ਪੈਂਦਾ। ਜਿੱਥੇ ਵੱਡਾ ਸਾਧ ਸੰਗਤ ਜਿਸ ਜਗ੍ਹਾ ਤੇ ਵੱਡੇ ਕਰਾਮਾਤ ਦੇ ਕਹਿੰਦੇ ਕਿਲ੍ਹੇ ਬਣੇ ਹੋਏ ਸਨ, ਹੰਕਾਰ ਦੇ ਕਿਲ੍ਹੇ ਬਣੇ ਸਨ, ਗੁਰੂ ਨਾਨਕ ਸਾਹਿਬ ਨੇ ਕਰਾਮਾਤ ਦੀ ਤੋਪ ਦੇ ਨਾਲ ਉਹਨੂੰ ਤੋੜ ਦਿੱਤਾ ਹੈ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾ ਪਾਸ ਜਾਂਦੇ ਨੇ, ਉਹਨਾਂ ਦੀ ਸਿੱਧੀ ਵੇਖ ਕੇ ਤੇ ਆਪਣੀ ਕਰਾਮਾਤ ਵਿਖਾਉਂਦੇ ਨੇ। ਝੂਠ ਛਡਾਵੈ ਸੱਚ ਦੇ ਲਾਏ, ਉਹਨਾਂ ਦਾ ਝੂਠ ਛਡਾ ਕਰਕੇ ਉਹਨਾਂ ਨੂੰ ਸੱਚ ਦੇ ਰਾਹ ਤੇ ਜੋੜਦੇ ਹਨ। ਦੋਹਰਾ ਇਮਕਰ ਸੈਲ ਪੰਜਾਬ ਕੇ ਲੀਨੇ ਲੋਕ ਪਤਿਆਏ। ਇਸ ਤਰੀਕੇ ਨਾਲ ਪੰਜਾਬ ਦੀ ਸੈਰ ਕਰਕੇ ਗੁਰੂ ਸਾਹਿਬ ਜੀ ਨੇ ਪੰਜਾਬ ਦੇ ਲੋਕਾਂ ਨੂੰ ਪਤਿਆ ਲਿਆ, ਉਹਨਾਂ ਨੂੰ ਸਹੀ ਸੱਚ ਦੇ ਰਾਹ ਤੇ ਤੋਰਿਆ ਹੈ। ਇੱਕ ਸੁੰਦਰ ਧਰਮਸਾਲ ਕਰ ਨਿਰਜਿਤ ਧਰਮੋ ਲਾਏ। ਹਰ ਕਿਸੇ ਨੂੰ ਉਪਦੇਸ਼ ਦਿੱਤਾ ਕਿ ਆਪਣੇ ਨਗਰ ਵਿੱਚ ਧਰਮਸ਼ਾਲਾ ਬਣਾਓ। ਗੁਰਦੁਆਰਾ ਸਾਹਿਬ ਨੂੰ ਧਰਮਸ਼ਾਲਾ ਕਹਿੰਦੇ ਨੇ, ਪਰ ਇਹੋ ਜਿਹਾ ਸਮਾਂ ਆ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਉੱਥੇ ਤਾਂ ਘਰ ਘਰ ਵਿੱਚ ਧਰਮਸ਼ਾਲਾ ਬਣ ਗਈ। ਹਰ ਘਰ ਦੇ ਵਿੱਚ ਘਰ ਘਰ ਬਾਬਾ ਗਾਵੀਐ, ਬੱਜਲ ਤਾਲ ਮਰਦੰਗਰ ਬਾਬਾ। ਘਰ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਹੋਣ ਲੱਗ ਗਈ, ਵਡਿਆਈ ਹੋਣ ਲੱਗ ਪਈ। ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਭਾਈ ਹਰ ਨਗਰ ਵਿੱਚ ਸੁੰਦਰ ਧਰਮਸ਼ਾਲਾ ਬਣਾਓ, ਨਿਜ ਨਿਜ ਧਰਮੋਂ ਲਾਏ, ਤੇ ਲੋਕਾਂ ਨੂੰ ਆਪਣੇ ਆਪਣੇ ਧਰਮ ਦੇ ਕਰਮਾਂ ਵਿੱਚ ਲਾਇਆ, ਉਹਨਾਂ ਨੂੰ ਸੱਚ ਨਾਲ ਜੋੜਿਆ ਹੈ। ਸਭੀ ਹਕੀਕਤ ਉਹਨਾਂ ਕੀ ਇਹਾਂ ਲਿਖੀ ਜੋ ਨਾਹੀ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਜਿੰਨੀ ਵੀ ਹਕੀਕਤ ਸੀ ਮੈਂ ਇਸ ਜਗ੍ਹਾ ਤੇ ਨਹੀਂ ਲਿਖੀ, ਕੇਵਲ ਸੰਖੇਪ ਦੇ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਤੁਹਾਨੂੰ ਸੁਣਾਇਆ ਹੈ। ਜਨਮ ਸਾਖੀ ਪੁਰਾਤਨ ਦੇਖੋ ਜਿਸ ਹੋਏ ਚਾਹੇ। ਜਿਹੜੀਆਂ ਪੁਰਾਤਨ ਜਨਮ ਸਾਖੀਆਂ ਨੇ, ਇਸ ਤੋਂ ਇਲਾਵਾ ਹੋਰ ਵੀ ਖਾਲਸੇ ਪੰਥ ਦੇ ਕੁਝ ਗ੍ਰੰਥ ਨੇ। ਜੇ ਕਿਸੇ ਦੇ ਅੰਦਰ ਬਹੁਤੀ ਚਾਹਨਾ ਹੈ ਵੀ ਇਹ ਸਾਰੇ ਪ੍ਰਕਰਨ ਵਿਸਥਾਰ ਦੇ ਨਾਲ ਪੜ੍ਹਨੇ ਸੁਣਨੇ, ਉਹ ਗੁਰਸਿੱਖ ਪਿਆਰੇ ਇਹਨਾਂ ਧਾਰਮਿਕ ਗ੍ਰੰਥਾਂ ਦੇ ਦਰਸ਼ਨ ਕਰ ਸਕਦੇ ਨੇ, ਇਹਨਾਂ ਗ੍ਰੰਥਾਂ ਵਿੱਚੋਂ ਸਾਰਾ ਇਤਿਹਾਸ ਜਾਣ ਸਕਦੇ ਹਨ। ਦੋਹਰਾ ਕਲਯੁਗੋ ਜਿਮ ਸਤਿਗੁਰੂ ਸਾਕੀ ਗੋਸ਼ਟ ਹੋਏ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਲਯੁਗ, ਇਹਨਾਂ ਦੀ ਜਿਵੇਂ ਆਪਸ ਵਿੱਚ ਗੋਸ਼ਟੀ ਹੋਈ, ਉਹ ਸਾਖੀ ਮੈਂ ਹੁਣ ਇੱਥੇ ਵਰਣਨ ਕਰਦਾ ਹਾਂ। ਜਿਮ ਜਿਮ ਲਿਖ ਆਗੇ ਗਏ ਦੇਖੋ ਬਤਾਓ ਸੋਏ। ਕਹਿੰਦੇ ਜਿਸ ਤਰ੍ਹਾਂ ਇਹਦੇ ਨਾਲ ਗੁਰੂ ਸਾਹਿਬ ਨੇ ਚਰਚਾ ਕੀਤੀ ਤੇ ਇਥੋਂ ਅੱਗੇ ਹੋਰ ਦੇਸ਼ਾਂ ਵਿੱਚ ਗਏ, ਉਹ ਸਾਰੀ ਜਿਹੜੀ ਕਥਾ ਹੈ ਮੈਂ ਲਿਖ ਕੇ ਆਪ ਨੂੰ ਸਰਵਣ ਕਰਾਉਂਦਾ ਹਾਂ। ਜੋ ਪਈ ਕਿਛਕ ਭਾਵ ਗੁਰ ਸ਼ਬਦ ਵਿਚਾਰ। ਇਸ ਪ੍ਰਕਰਨ ਦਾ ਕਹਿੰਦੇ ਇੱਕ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਅੰਦਰ ਸੁਸ਼ੋਭਿਤ ਹੈ। ਕਹੋ ਦੇਖ ਸ਼੍ਰੀ ਗ੍ਰੰਥ ਮਝਾਰ। ਤੇ ਉਹ ਜਿਹੜਾ ਸ਼ਬਦ ਦਾ ਪ੍ਰਕਰਨ ਹੈ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਦੇਖ ਸਕਦੇ ਹੋ। ਭਾਈ ਸਾਹਿਬ ਜੀ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਜਿਹੜਾ ਭਾਵ ਵੀ ਮੈਂ ਇੱਥੇ ਜਿਹੜਾ ਤੁਹਾਨੂੰ ਦੱਸ ਦੇਣਾ ਆ। ਬਾਕੀ ਜੇ ਸੰਪੂਰਨ ਸ਼ਬਦ ਦੇ ਦਰਸ਼ਨ ਕਰਨੇ ਹੋਣ, ਜਿਹੜਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਨਾ, ਮੋਤੀ ਤਾਂ ਮੰਦਰ ਊਸ ਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ ਨਾਓ। ਇਹ ਜਿਹੜਾ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਕਲਯੁਗ ਦੇ ਨਾਲ ਚਰਚਾ ਹੋਈ, ਉੱਥੇ ਇਹ ਸ਼ਬਦ ਉਚਾਰਿਆ ਸੀ। ਇਹ ਸ਼ਬਦ ਉਚਾਰਨ ਦਾ ਮਕਸਦ ਇਹ ਸੀ, ਕਲਯੁਗ ਗੁਰੂ ਸਾਹਿਬ ਨੂੰ ਭੇਟਾ ਦਿੰਦਾ ਸੀ, ਮਹਾਰਾਜ ਤੁਸੀਂ ਆ ਮੋਤੀਆਂ ਨਾਲ ਉਸਰੇ ਮੰਦਰ ਲੈ ਲਓ ਮੇਰੇ ਕੋਲੋਂ, ਜਾਂ ਫਿਰ ਤੁਸੀਂ ਰਿੱਧੀਆਂ ਸਿੱਧੀਆਂ ਮੇਰੇ ਕੋਲੋਂ ਲੈ ਲਓ, ਮੈਂ ਤੁਹਾਨੂੰ ਰਾਜਾ ਬਾਦਸ਼ਾਹ ਬਣਾ ਦੇਣਾ। ਗੁਰੂ ਸਾਹਿਬ ਕਹਿੰਦੇ ਨਹੀਂ, ਇਹਨਾਂ ਵਿੱਚੋਂ ਸਾਨੂੰ ਕੁਝ ਨਹੀਂ ਚਾਹੀਦਾ। ਇਹ ਦੁਨੀਆ ਦੇ ਦੁਨਿਆਵੀ ਪਦਾਰਥ ਅਜਿਹੇ ਨੇ, ਕਿਤੇ ਇਹਨਾਂ ਨੂੰ ਵੇਖ ਕੇ ਹੇ ਵਾਹਿਗੁਰੂ ਮੇਰੇ ਮਨ ਵਿੱਚੋਂ ਚਿੱਤ ਵਿੱਚੋਂ ਤੇਰਾ ਨਾਮ ਨਾ ਭੁੱਲ ਜਾਏ, ਇਸ ਕਰਕੇ ਮੈਨੂੰ ਇਹ ਪਦਾਰਥ ਨਹੀਂ ਚਾਹੀਦਾ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਇਸ ਤਰ੍ਹਾਂ ਮਹਾਰਾਜ ਦੀ ਕਲਯੁਗ ਨਾਲ ਚਰਚਾ ਹੋਈ ਹੈ। ਕਲੂ ਨਰਕ ਜੈ ਪਾਪੀ ਪਾਏ। ਕਲੂ ਦਾ ਭਾਵ ਹੈ ਕਲਯੁਗ। ਕਲਯੁਗ ਇਹ ਚਾਹੁੰਦਾ ਹੈ ਵੀ ਮੈਂ ਪਾਪੀਆਂ ਨੂੰ ਨਰਕਾਂ ਦੇ ਵਿੱਚ ਸੁੱਟ ਦਿਆਂ, ਕੁੰਭੀ ਨਰਕਾਂ ਵਿੱਚ ਸੁੱਟ ਕੇ ਉਹਨਾਂ ਨੂੰ ਸਜ਼ਾ ਦਿਆਂ। ਪਰ ਸਤਿਗੁਰ ਜੀ ਚਾਹੇ ਕਢਾਏ। ਪਰ ਸਤਿਗੁਰ ਜੀ ਪਾਪੀਆਂ ਨੂੰ ਤਾਰਨਾ ਚਾਹੁੰਦੇ ਨੇ। ਇੱਕ ਨਰਕਾਂ ਵਿੱਚ ਪਾਣਾ ਚਾਹੁੰਦਾ ਹੈ ਤੇ ਇੱਕ ਤਾਰਨਾ ਚਾਹੁੰਦਾ ਹੈ।
ਹੁਣ ਕਲਯੁਗ ਦਾ ਤਾਂ ਸੁਭਾਅ ਹੀ ਇਹੀ ਹੈ ਨਾ, ਕਲ ਕੇ ਲੱਛਣ ਇਹੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਕਲਯੁਗ ਦੇ ਲੱਛਣ ਇਹ ਨੇ। ਕਿਹੜੇ ਲੱਛਣ ਨੇ? ਜਿਹੜਾ ਬੰਦਾ ਦਾਨ ਕਰਦਾ ਹੈ ਉਹਨੂੰ ਦਾਨ ਨਹੀਂ ਕਰਨ ਦਿੰਦਾ, ਜਿਹੜਾ ਬਾਣੀ ਪੜ੍ਹਦਾ ਹੈ, ਸੱਚ ਬੋਲਦਾ ਹੈ, ਉਹਨੂੰ ਇਹੋ ਜਿਹੇ ਕਰਮ ਉਹ ਕਰਨ ਹੀ ਨਹੀਂ ਦਿੰਦਾ। ਕਲਯੁਗ ਹੋਰ ਕੀ ਹੁੰਦਾ ਹੈ? ਕੋਈ ਬੰਦਾ ਥੋੜ੍ਹਾ ਵੀ ਮੂਰਤ ਬਣਾ ਕੇ ਬੈਠਾ ਹੋਇਆ। ਕਲਯੁਗ ਮਨੁੱਖ ਦੀ ਬਿਰਤੀ ਦੇ ਅੰਦਰ ਵਰਤਦਾ ਹੈ, ਮਨੁੱਖ ਦੀ ਬੁੱਧੀ ਭ੍ਰਸ਼ਟ ਕਰ ਦਿੰਦਾ ਹੈ। ਸੱਚ ਬੋਲਣ ਦੀ ਜਗ੍ਹਾ ਤੇ ਝੂਠ ਬੋਲਣਾ, ਨਾਮ ਜਪਣ ਦੀ ਜਗ੍ਹਾ ਤੇ ਪਾਪ ਕਰਨੇ, ਮਾੜੇ ਕਰਮ ਕਰਨੇ, ਸਹੀ ਰਾਹ ਚੱਲਣ ਦੀ ਬਜਾਏ ਗਲਤ ਰਾਹ ਤੇ ਚੱਲਣਾ, ਇਹ ਕਲਯੁਗ ਦੀ ਨਿਸ਼ਾਨੀ ਹੈ। ਬਾਣੀ ਪੜ੍ਹਨ ਦੀ, ਬਾਣੀ ਸੁਣਨ ਦੀ ਲੱਤ ਸਾਡੇ ਚੋਂ ਖਤਮ ਹੋ ਗਈ ਹੈ, ਗਾਣੇ ਸੁਣਨ ਦੀ ਲੱਤ ਅੰਦਰ ਪੈਦਾ ਹੋ ਗਈ ਹੈ, ਇਹ ਕਲਯੁਗ ਦੀ ਨਿਸ਼ਾਨੀ ਹੈ। ਗੁਰੂ ਦਾ ਇਤਿਹਾਸ ਸੁਣਨਾ, ਕਥਾ ਸੁਣਨੀ, ਬਾਣੀ ਨੂੰ ਪ੍ਰੇਮ ਦੇ ਨਾਲ ਸਰਵਣ ਕਰਨਾ, ਇਹ ਆਦਤ, ਇਹ ਬਾਣ ਸਾਡੇ ਤੋਂ ਛੁੱਟ ਗਈ ਹੈ। ਪਰ ਟੀਵੀ ਵੇਖਣਾ, ਇਹੋ ਜਿਹਾ ਲੱਚਰਪੁਣਾ ਸੁਣਨਾ ਤੇ ਸਦਾ ਉਹਦੇ ਨਾਲ ਪ੍ਰੇਮ ਕਰਨਾ, ਇਹ ਸਾਡੀ ਆਦਤ ਬਾਣ ਬਣ ਗਈ ਹੈ। ਇਹ ਕੁਝ ਨਹੀਂ, ਇਹਨੂੰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਕਲ ਕੇ ਲੱਛਣ ਹੈ। ਇਹ ਤਾਂ ਕਲਯੁਗ ਦੇ ਲੱਛਣ ਨੇ। ਇਹ ਕਲਯੁਗ ਤੁਹਾਡੇ ਕੋਲੋਂ ਕਰਾ ਰਿਹਾ ਜੋ ਕੁਝ ਕਰਾ ਰਿਹਾ। ਕਲੂ ਨਰਕ 'ਚ ਹੈ ਪਾਪੀ ਪਾਏ। ਕਲਯੁਗ ਚਾਹੁੰਦਾ ਮੈਂ ਪਾਪੀਆਂ ਨੂੰ ਨਰਕਾਂ ਵਿੱਚ ਸੁੱਟ ਦਿਆਂ। ਪਰ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਕੈਸੇ ਦਇਆਵਾਨ ਨੇ। ਕਹਿੰਦੇ ਨੇ ਪਰ ਸਤਿਗੁਰੂ ਜੀ ਚਾਹੇ ਕਢਾਏ। ਤੇ ਗੁਰੂ ਸਾਹਿਬ ਜੀ ਪਾਪੀਆਂ ਨੂੰ ਨਰਕਾਂ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ। ਕਲੂ ਚਾਹੇ ਪਾਪੀ ਡੁੱਬ ਜਾਏ। ਕਲਯੁਗ ਚਾਹੁੰਦਾ ਵੀ ਪਾਪੀ ਡੁੱਬ ਜਾਏ, ਇਹ ਨਰਕਾਂ ਵਿੱਚੋਂ ਬਾਹਰ ਨਾ ਕਦੇ ਨਿਕਲੇ। ਬਾਬਾ ਚਾਹੇ ਹੁਣ ਪਾਰ ਲੰਘਾਏ। ਪਰ ਸਤਿਗੁਰੂ ਚਾਹੁੰਦੇ ਨੇ ਵੀ ਕੋਈ ਨਹੀਂ ਭਾਈ, ਜੇ ਪਾਪ ਹੋ ਗਿਆ ਹੁਣ ਮੈਂ ਇਹਦੀ ਬਾਂਹ ਫੜਾਂ ਤੇ ਇਹਨੂੰ ਸੰਸਾਰ ਸਾਗਰ ਤੋਂ ਤਾਰ ਦਿਆਂ। ਬਾਬਾ ਆਪਣੀ ਛੱਡੈ ਨਾ ਬਾਣ। ਕਲਯੁਗ ਆਪਣੀ ਬਾਣ ਆਦਤ ਨਹੀਂ ਛੱਡਦਾ ਤੇ ਬਾਬਾ ਆਪਣੀ ਆਦਤ ਨਹੀਂ ਛੱਡਦਾ। ਕਲਯੁਗ ਪਾਪੀ ਨੂੰ ਡੋਬਦਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਉਹਦੇ ਤੇ ਤਰਸ ਕਰਕੇ ਉਹਨੂੰ ਤਾਰਦੇ ਜਾਂਦੇ ਹਨ। ਤਾਰਿਓ ਚਾਹੇ ਸਗਲ ਜਹਾਨ। ਕਲਯੁਗ ਸਾਰੇ ਜਹਾਨ ਨੂੰ ਡੋਬਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰੇ ਜਹਾਨ ਨੂੰ ਤਾਰਨਾ ਚਾਹੁੰਦੇ ਹਨ। ਉਹ ਕਲਯੁਗ ਮਨ ਆਇਓ ਰੋਸ। ਫਿਰ ਮਹਾਰਾਜ ਕਹਿੰਦੇ ਤਾਰਿਆ ਜਹਾਨ ਲਾਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ। ਕਿਸੇ ਨੇ ਇੱਕ ਤਾਰਤਾ, ਕਿਸੇ ਨੇ ਦੋ ਤਾਰਤੇ, ਪਰ ਗੁਰੂ ਨਾਨਕ ਸਾਹਿਬ ਨੇ ਜਹਾਨ ਹੀ ਤਾਰ ਦਿੱਤਾ। ਗਿਆਨੀ ਗਿਆਨ ਸਿੰਘ ਜੀ ਨਵੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ, ਦੋ ਨੇ ਪੰਥ ਪ੍ਰਕਾਸ਼, ਇੱਕ ਭਾਈ ਰਤਨ ਸਿੰਘ ਭੰਗੂ ਜੀ ਦਾ ਜਿਨ੍ਹਾਂ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਨੇ, ਇੱਕ ਪੰਥ ਪ੍ਰਕਾਸ਼ ਹੈ ਜਿਹੜਾ ਗਿਆਨੀ ਗਿਆਨ ਸਿੰਘ ਹੋਰਾਂ ਨੇ ਬਾਅਦ ਵਿੱਚ ਲਿਖਿਆ। ਉਹਦੇ ਵਿੱਚ ਲਿਖਦੇ ਨੇ ਕਿ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਕਾਸ਼ ਵਿੱਚ ਚਮਕਦੇ ਹੋਏ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਜਿੰਨੇ ਕੁ ਤੁਸੀਂ ਤਾਰ ਦਿੱਤੇ ਉਹ ਨਹੀਂ ਗਿਣੇ ਜਾ ਸਕਦੇ। ਤਾਰਿਆ ਜਹਾਨ, ਸਤਿਗੁਰਾਂ ਨੇ ਸਾਰਾ ਜਹਾਨ ਹੀ ਜਿਹੜਾ ਉਹ ਤਾਰ ਦਿੱਤਾ ਸੰਸਾਰ ਤੋਂ। ਨਹੀਂ ਨਾਨਕ ਮੋਹਿ ਅਦਾਲਤ ਖੋਸ। ਤੇ ਕਲਯੁਗ ਦੇ ਮਨ ਦੇ ਵਿੱਚ ਬੜਾ ਰੋਸ ਆ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਮੇਰੀ ਅਦਾਲਤ ਖੋਹ ਲਈ। ਅੱਗੇ ਮੇਰੀ ਅਦਾਲਤ ਲੱਗਦੀ ਸੀ, ਭੀੜ ਲੱਗੀ ਰਹਿੰਦੀ ਸੀ, ਲੋਕ ਆਉਂਦੇ ਸਨ, ਮਰਜ਼ੀ ਨਾਲ ਸਜ਼ਾਵਾਂ ਦਿੰਦਾ ਸੀ। ਇਹਨਾਂ ਨੇ ਤਾਂ ਮੇਰੀ ਅਦਾਲਤ ਖੋਹ ਲਈ ਹੈ। ਹਮ ਚਾਹੇ ਨਿਜ ਅਦਲ ਬਹਾਇਆ। ਉਹ ਕਹਿੰਦਾ ਵੀ ਮੈਂ ਤਾਂ ਹੁਣ ਆਪਣਾ ਅਦਲ, ਆਪਣੀ ਕਚਹਿਰੀ, ਆਪਣਾ ਨਿਆਂ ਬਿਠਾਉਣਾ ਚਾਹੁੰਦਾ ਹਾਂ। ਨਾਨਕ ਚਾਹੇ ਨਿਜ ਧਰਮ ਵਰਤਾਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧਰਮ ਨੂੰ, ਸੱਚ ਨੂੰ ਵਰਤਾਉਣਾ ਚਾਹੁੰਦੇ ਨੇ। ਕਲਯੁਗ ਆਪਣੀ ਕਚਹਿਰੀ ਲਾਉਣਾ ਚਾਹੁੰਦਾ ਵੀ ਮੇਰਾ ਨਿਆਂ ਚੱਲੇ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਇੱਥੇ ਸੱਚ ਦਾ ਨਿਆਂ ਹੋਣਾ ਚਾਹੀਦਾ, ਇੱਥੇ ਸੱਚ ਦਾ ਨਿਆਂ ਹੀ ਚੱਲਣਾ ਚਾਹੀਦਾ ਹੈ। ਇਸ ਕਰਕੇ ਕਲਯੁਗ ਕਹਿੰਦਾ ਮੇਰਾ ਤੇ ਗੁਰੂ ਨਾਨਕ ਸਾਹਿਬ ਦਾ ਕਦੇ ਮੇਲ ਨਹੀਂ ਹੋ ਸਕਦਾ। ਇਸ ਗੱਲ ਦਾ ਗੁੱਸਾ ਕਰਕੇ ਕਲਯੁਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ ਆਇਆ ਹੈ। ਭਾਈ ਸਾਹਿਬ ਜੀ ਕਹਿੰਦੇ ਜੇਕਰ ਕਿਸੇ ਦੇ ਮਨ ਦੇ ਅੰਦਰ ਇਹ ਸਾਰੀ ਕਥਾ ਸੁਣਨ ਦੀ ਜ਼ਰੂਰਤ ਲੋੜ ਹੋਵੇ, ਉਹ ਜਿਹੜਾ ਗੁਰਸਿੱਖ ਆਪਣੀ ਇੱਛਾ ਨੂੰ ਪੂਰਨ ਕਰਨ ਵਾਸਤੇ ਕਿਸੇ ਹੋਰ ਗ੍ਰੰਥ ਨੂੰ ਪੜ੍ਹ ਸਕਦਾ ਹੈ ਜਿਹਦੇ ਵਿੱਚ ਸਾਰੀ ਸਾਖੀ ਵਿਸਥਾਰ ਦੇ ਨਾਲ ਆਉਂਦੀ, ਜਿਵੇਂ ਸੂਰਜ ਪ੍ਰਕਾਸ਼ ਵਿੱਚ ਹੋਰ ਗ੍ਰੰਥਾਂ ਵਿੱਚ ਵੀ ਆਉਂਦੀ ਹੈ। ਕਲਯੁਗ ਆਇਆ ਸੀ ਬੜਾ ਭਿਅੰਕਰ ਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ, ਬੜੇ ਭਿਅੰਕਰ ਉਹਨੇ ਰੂਪ ਧਾਰੇ, ਆਪਣੀਆਂ ਕਰਾਮਾਤਾਂ ਵਿਖਾਈਆਂ, ਸ਼ਕਤੀਆਂ ਵਿਖਾਈਆਂ, ਪਰ ਸਤਿਗੁਰੂ ਜੀ ਅਡੋਲ ਬੈਠੇ ਰਹੇ।
ਜਦੋਂ ਉਹਨੇ ਵੇਖਿਆ ਵੀ ਮੇਰਾ ਇਹਨਾਂ 'ਤੇ ਵੱਸ ਨਹੀਂ ਚੱਲ ਸਕਦਾ, ਫਿਰ ਉਹ ਮਹਾਰਾਜ ਦੇ ਚਰਨੀ ਆ ਕੇ ਢਹਿ ਪਿਆ। ਅਰਦਾਸ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ 'ਤੇ ਵੀ ਬਖਸ਼ਿਸ਼ ਕਰ ਦਿਓ, ਵੀ ਮੈਨੂੰ ਥੋੜ੍ਹੀ ਜਿਹੀ ਥਾਂ ਦੇ ਦਿਓ। ਹਰ ਪਾਸੇ ਤੁਹਾਡਾ ਹੀ ਪ੍ਰਤਾਪ ਹੈ, ਮੈਨੂੰ ਵੀ ਤਾਂ ਜਗ੍ਹਾ ਚਾਹੀਦੀ ਹੈ ਨਾ ਕਿਸੇ ਥਾਂ ਦੇ ਉੱਤੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿੱਥੇ ਸਾਡੀ ਸੰਗਤ ਹੈ ਨਾ, ਉੱਥੇ ਤੇਰਾ ਪ੍ਰਵੇਸ਼ ਨਹੀਂ ਹੋਣਾ ਚਾਹੀਦਾ। ਜਿੱਥੇ ਮੇਰੀ ਸੰਗਤ ਬੈਠੇ, ਜਿੱਥੇ ਮੇਰੇ ਗੁਰਸਿੱਖ ਬਹਿ ਕੇ ਬਾਣੀ ਪੜ੍ਹਨ, ਉੱਥੇ ਨਹੀਂ ਤੂੰ ਜਾਣਾ, ਬਾਕੀ ਜਿੱਥੇ ਮਰਜ਼ੀ ਫਿਰੀ ਜਾ, ਸਾਨੂੰ ਕੋਈ ਨਹੀਂ। ਸਾਰੇ ਸੰਸਾਰ ਵਿੱਚ ਗੁਰੂ ਸਾਹਿਬ ਦਾ ਹੁਕਮ ਹੋਇਆ ਕਲਯੁਗ ਨੂੰ ਕਿ ਜਿੱਥੇ ਮੇਰੀ ਸੰਗਤ ਬਹਿ ਕੇ ਗੁਰਬਾਣੀ ਦਾ ਕੀਰਤਨ ਕਰੇ, ਪ੍ਰਭੂ ਦੀ ਵਡਿਆਈ ਕਰੇ, ਤੂੰ ਉਸ ਜਗ੍ਹਾ 'ਤੇ ਕਦਾਚਿਤ ਨਹੀਂ ਜਾਣਾ। ਦੋਹਰਾ ਫਿਰ ਸਤਿਗੁਰ ਦਖਨ ਦਿਸੈ, ਤੁਰੇ ਸੁ ਕਰਨੇ ਸੈਲ। ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੱਖਣ ਦੇ ਇਲਾਕੇ ਨੂੰ ਤੁਰ ਪਏ। ਉਸ ਇਲਾਕੇ ਦੀ ਸੈਰ ਕਰਨ ਵਾਸਤੇ ਗਏ ਹਨ। ਸ਼ਬਦ ਸਾਖੀ ਕੇ ਪੜਨ ਕੋ, ਮਰਦਾਨਾ ਕਰ ਲਿਓ ਗੈਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾ ਸ਼ਬਦ, ਗੁਰੂ ਕੀ ਸਿੱਖਿਆ ਨੂੰ ਬਾਣੀ ਦੇ ਰੂਪ ਵਿੱਚ ਪੜ੍ਹਨ ਵਾਸਤੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਵਾਸਤੇ ਨਾਲ ਲੈ ਲਿਆ ਹੈ। ਸੋ ਪਈ ਜੈ ਜੈ ਦੇਵਨ ਤੀਰਥ ਦੇਖੇ। ਜਿਸ ਜਿਸ ਜਗ੍ਹਾ ਤੇ ਦੇਵਤਿਆਂ ਦੇ ਮੰਦਰ ਆਦਿਕ, ਤੀਰਥ ਆਦਿਕ ਗੁਰੂ ਸਾਹਿਬ ਨੇ ਵੇਖੇ ਹਨ, ਸਭ ਥਾਂ ਭ੍ਰਿਸ਼ਟ ਤੁਰਕਨ ਕੀਏ ਪੇਖੇ। ਸਾਰੀਆਂ ਜਿਹੜੀਆਂ ਥਾਵਾਂ ਸਨ ਤੁਰਕਾਂ ਨੇ ਭ੍ਰਸ਼ਟ ਕਰ ਦਿੱਤੀਆਂ। ਕਿਉਂ? ਉੱਥੇ ਜਾ ਕੇ ਗਊਆਂ ਨੂੰ ਵੱਢ ਕੇ ਉਹ ਤੀਰਥਾਂ ਦੇ ਵਿੱਚ ਸੁੱਟ ਦਿੰਦੇ ਸਨ, ਜਿੱਦ ਦੇ ਵਿੱਚ। ਕਿਉਂਕਿ ਉਹਨਾਂ ਜਿਹੜੇ ਹਿੰਦੂ ਨੇ, ਉਹਨਾਂ ਵਾਸਤੇ ਜਿਹੜੀ ਗਊ ਆ ਮਾਤਾ ਹੈ, ਉਹ ਇਹਨੂੰ ਧਾਰਮਿਕ ਜਾਣ ਕੇ ਪੂਜਦੇ ਨੇ। ਅਤੇ ਜਿਹੜੇ ਤੁਰਕ ਸਨ, ਉਹ ਗਊਆਂ ਨੂੰ ਵੱਢ ਵੱਢ ਕੇ ਤੀਰਥਾਂ ਦੇ ਵਿੱਚ ਸੁੱਟਦੇ ਸਨ। ਉਹਨਾਂ ਨੇ ਇਸ ਤਰ੍ਹਾਂ ਧਾਰਮਿਕ ਸਥਾਨ ਜਿਹੜੇ ਭ੍ਰਸ਼ਟ ਕਰ ਦਿੱਤੇ ਹਨ। ਦੇਵਲ ਢਾਹੇ ਮਸੀਤੇ ਮਦ ਕਰੀ। ਮੰਦਰ ਢਾਹ ਕੇ ਉਹਨਾਂ ਨੇ ਉੱਥੇ ਮਸੀਤਾਂ ਬਣਾ ਦਿੱਤੀਆਂ ਹਨ। ਮੂਰਤ ਮਦ ਕਰ ਨੱਟੀ ਕਰੀ। ਅਤੇ ਜਿਹੜੀਆਂ ਅੰਦਰ ਮੂਰਤਾਂ ਪਈਆਂ ਸਨ, ਉਹਨਾਂ ਦੀਆਂ ਨੱਕਾਂ ਵੱਢ ਦਿੱਤੀਆਂ। ਨੱਕ ਵੱਢ ਦੇਣੀ, ਜਿਵੇਂ ਫਲਾਣਾ, ਜਿਵੇਂ ਕੋਈ ਕਹਿ ਦਿੰਦਾ ਨਾ ਸਮਾਜ ਅੰਦਰ, ਸੰਸਾਰ ਅੰਦਰ, ਵੀ ਫਲਾਣੇ ਦੀ ਨੱਕ ਵੱਢੀ ਗਈ। ਨੱਕ ਵੱਢੀ ਤੋਂ ਭਾਵ ਹੈ ਵੀ ਉਹਦੀ ਇੱਜ਼ਤ ਕੋਈ ਨਹੀਂ ਰਹੀ, ਇਹਦਾ ਮਤਲਬ ਇਹ ਹੁੰਦਾ ਹੈ। ਤਾਂ ਉਹਨਾਂ ਨੇ ਜਾਣ ਬੁੱਝ ਕੇ ਮੂਰਤੀਆਂ ਜਿਹੜੀਆਂ ਸੀ ਨਾ, ਉਹਨਾਂ ਦੀਆਂ ਨੱਕਾਂ ਤੋੜ ਦਿੱਤੀਆਂ, ਨੱਕਾਂ ਵੱਢ ਕੇ ਤੇ ਮੂਰਤਾਂ ਰੱਖ ਦਿੱਤੀਆਂ ਹਨ। ਓ ਬਾਬੇ ਦੇਖ ਸ਼ਬਦ ਉਚਾਰਿਓ। ਇਸ ਤਰ੍ਹਾਂ ਮਹਾਰਾਜ ਸਤਿਗੁਰੂ ਜੀ ਨੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਵੇਖ ਕਰਕੇ ਬਾਣੀ ਦੇ ਸ਼ਬਦ ਉਚਾਰੇ ਹਨ। ਸੋ ਮੈਂ ਯਾ ਪੁਸਤਕ ਲਿਖ ਧਾਰਿਓ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਮੈਂ ਇਸ ਜਗ੍ਹਾ ਤੇ ਜਿਹੜਾ ਸ਼ਬਦ ਮਹਾਰਾਜ ਨੇ ਉਚਾਰਿਆ ਉਹ ਲਿਖ ਦਿੱਤਾ ਹੈ। ਖੁਰਾਸਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਬਾਣੀ ਦਾ ਇੱਕ ਸ਼ਬਦ ਆਉਂਦਾ ਹੈ, ਕਾਲ ਨਾਹੀ ਜੋਗ ਨਾਹੀ, ਨਾਹੀ ਸਦਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਏ ਜਗ। ਇਹ ਸ਼ਬਦ ਵਿੱਚ ਇਹ ਲਿਖਿਆ ਵੀ ਜਿਹੜੇ ਧਾਰਮਿਕ ਸਥਾਨ ਨੇ ਨਾ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਉਹ ਸਾਰੇ ਭ੍ਰਸ਼ਟ ਹੋ ਗਏ ਨੇ। ਕੁਝ ਧਾਰਮਿਕ ਸਥਾਨ ਧਾਰਮਿਕ ਲੋਕਾਂ ਕਰਕੇ ਭ੍ਰਸ਼ਟ ਹੋ ਗਏ, ਅਤੇ ਕੁਝ ਧਾਰਮਿਕ ਸਥਾਨ ਜਿਹੜੇ ਆ ਮੁਸਲਮਾਨ ਸਨ, ਉਹਨਾਂ ਨੇ ਗਊਆਂ ਵੱਢ ਕੇ ਤੀਰਥਾਂ ਵਿੱਚ ਸੁੱਟ ਦਿੱਤੀਆਂ। ਇਸ ਪ੍ਰਕਾਰ ਕਈ ਸਥਾਨ ਉਹਨਾਂ ਨੇ ਇੱਦਾਂ ਭ੍ਰਸ਼ਟ ਕਰ ਦਿੱਤੇ। ਫਿਰ ਗੁਰੂ ਸਾਹਿਬ ਜੀ ਨੇ ਹੋਰ ਸ਼ਬਦ ਉਚਾਰਿਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਖਸਮਾਨਾ ਕੀਆ, ਅਫਗਾਨਿਸਤਾਨ ਅਤੇ ਈਰਾਨ ਦਾ ਪੂਰਬ ਅਤੇ ਦੱਖਣ ਦਾ ਜਿਹੜਾ ਇਲਾਕਾ ਹੈ, ਉਹਨੂੰ ਖੁਰਾਸਾਨ ਕਹਿੰਦੇ ਨੇ। ਅਤੇ ਸਿੰਧ ਦਾ ਅਤੇ ਈਰਾਨ ਦਾ ਜਿਹੜਾ ਇਲਾਕਾ ਹੈ, ਇਹ ਗੱਲ ਬਾਬਰ ਆਪ ਲਿਖਦਾ ਕਿ ਇਹਨੂੰ ਹਿੰਦੁਸਤਾਨ ਦੇ ਲੋਕ ਖੁਰਾਸਾਨ ਕਹਿੰਦੇ ਨੇ, ਇੱਕ ਦੇਸ਼ ਮੰਨਿਆ ਜਾਂਦਾ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਗਏ, ਇਹ ਬਾਣੀ ਉਦੋਂ ਉਚਾਰੀ ਸੀ। ਏਮਨਾਬਾਦ ਦੀ ਧਰਤੀ 'ਤੇ ਪਾਤਸ਼ਾਹ ਗਏ ਅਤੇ ਭਾਈ ਮਰਦਾਨਾ ਸਾਹਿਬ ਕਹਿੰਦੇ, ਗੁਰੂ ਸਾਹਿਬ ਭੁੱਖ ਲੱਗੀ ਹੈ, ਕਿਉਂਕਿ ਕੁਝ ਸਾਧੂ ਜਨ ਵੀ ਨਾਲ ਸਨ। ਮਹਾਰਾਜ ਕਹਿੰਦੇ ਵੀ ਚਲੋ ਤੁਸੀਂ ਪਿੰਡ ਜਾਓ ਅਤੇ ਲੰਗਰ ਲੈ ਆਓ, ਨਾਲੇ ਸਾਧੂ ਜਨ ਛਕ ਲੈਣਗੇ ਅਤੇ ਨਾਲੇ ਤੁਸੀਂ ਲੰਗਰ ਛਕ ਲੈਣਾ। ਭਾਈ ਸਾਹਿਬ ਭਾਈ ਮਰਦਾਨਾ ਜੀ ਪਿੰਡ ਵਿੱਚ ਗਏ, ਅਤੇ ਇੱਕ ਘਰ ਦੇ ਵਿੱਚ ਨਾ ਵਿਆਹ ਸੀਗਾ। ਜਦੋਂ ਭਾਈ ਮਰਦਾਨਾ ਜੀ ਗਏ ਅਤੇ ਆਖਿਆ ਵੀ ਸਾਧੂ ਜਨ ਨਾਲ ਨੇ ਵੀ ਇਹਨਾਂ ਪ੍ਰਸ਼ਾਦਾ ਛਕਣਾ ਹੈ, ਵੀ ਕੋਈ ਲੰਗਰ ਦੇ ਦਿਓ। ਉਹਨਾਂ ਧੱਕਾ ਮਾਰਿਆ ਭਾਈ ਮਰਦਾਨੇ ਨੂੰ, ਸ਼ਰਾਬੀ ਸੀਗਾ। ਭਾਈ ਮਰਦਾਨਾ ਜੀ ਡਿੱਗ ਪਏ, ਆਖਣ ਲੱਗੇ, ਭਲਿਆ ਮੈਂ ਤੇਰਾ ਕੀ ਵਿਗਾੜਿਆ, ਪ੍ਰਸ਼ਾਦਾ ਹੀ ਮੰਗਿਆ, ਜੇ ਤੇਰਾ ਚਿੱਤ ਨਹੀਂ ਸੀ ਤੇ ਨਾ ਦਿੰਦਾ, ਪਰ ਧੱਕਾ ਕਿਉਂ ਮਾਰਦਾ। ਭਾਈ ਸਾਹਿਬ ਜੀ ਵਾਪਸ ਆ ਗਏ, ਕਹਿੰਦੇ ਮਹਾਰਾਜ ਪ੍ਰਸ਼ਾਦਾ ਨਹੀਂ ਮਿਲਿਆ, ਧੱਕੇ ਜ਼ਰੂਰ ਮਿਲੇ ਨੇ। ਉੱਥੇ ਗੁਰੂ ਨਾਨਕ ਸਾਹਿਬ ਨੇ ਫਿਰ ਇਹ ਸ਼ਬਦ ਉਚਾਰਿਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਹੜਾ ਖੁਰਾਸਾਨ ਹੈ ਪਰਮਾਤਮਾ ਨੇ ਉਹਦੇ ਵੱਲੋਂ ਖਸਮਾਨਾ ਕੀਤਾ, ਭਾਵ ਜਿਹੜਾ ਬਾਬਰ ਹੈ ਉਹ ਖੁਰਾਸਾਨ ਤੋਂ ਚੜ੍ਹ ਕੇ ਆਇਆ ਹੈ ਤੇ ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਸਾਰਾ ਡਰਾ ਦਿੱਤਾ ਜਦੋਂ ਬਾਬਰ ਚੜ੍ਹ ਕੇ ਆਇਆ। ਹਮਲਾ ਕੀਤਾ ਉਹਨੇ ਹਿੰਦੁਸਤਾਨ 'ਤੇ ਆ ਕੇ, ਹਰ ਪਾਸੇ ਕਬਜ਼ਾ ਕਰ ਲਿਆ। ਤੇ ਜਿਹੜੇ ਏਮਨਾਬਾਦ ਵਿੱਚ ਰਹਿਣ ਵਾਲੇ ਸਨ, ਉੱਥੇ ਬੜੇ ਬੜੇ ਸਿੱਧ ਬੈਠੇ ਹੋਏ ਸਨ, ਉਹ ਕਹਿਣ ਲੱਗੇ ਕਿ ਕੁਝ ਨਹੀਂ ਹੋਣ ਲੱਗਾ, ਸਾਡੇ ਕੋਲ ਬੜੀਆਂ ਤਾਕਤਾਂ ਨੇ, ਅਸੀਂ ਜਿਹੜੇ ਮੁਗਲ ਚੜ੍ਹ ਕੇ ਆਉਣਗੇ ਤੇ ਉਹਨਾਂ ਦੀਆਂ ਤੋਪਾਂ ਬੰਨ੍ਹ ਦੇਣਗੇ, ਉਹਨਾਂ ਨੂੰ ਹਮਲਾ ਨਹੀਂ ਕਰਨ ਦਿਆਂਗੇ, ਉਹਨਾਂ ਦੀਆਂ ਤੋਪਾਂ ਦਾ ਉਹਨਾਂ ਦੀਆਂ ਤੋਪਾਂ ਦਾ ਮੂੰਹ ਉਹਨਾਂ ਵੱਲ ਮੋੜ ਦਿਆਂਗੇ, ਤੁਹਾਡਾ ਕੁਝ ਨਹੀਂ ਵਿਗੜਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋ ਧਾਇਆ ਜੋਰੀ, ਮੰਗੈ ਦਾਨ ਵੇ ਲਾਲੋ। ਗੁਰੂ ਸਾਹਿਬ ਜੀ ਕਹਿੰਦੇ ਪਾਪ ਦੀ ਜਿਹੜੀ ਜੰਝ ਹੈ ਨਾ, ਉਹ ਲੈ ਕੇ ਕਾਬਲ ਤੋਂ ਚੱਲ ਪਿਆ, ਬਾਬਰ ਚੜ੍ਹ ਕੇ ਆ ਗਿਆ। ਤੇ ਇਹ ਮੇਰੇ ਬਚਨ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਅਕਾਲ ਪੁਰਖ ਦਾ ਹੁਕਮ ਹੈ। ਜਿਵੇਂ ਅਕਾਲ ਪੁਰਖ ਦੀ ਬਾਣੀ ਉਹਦਾ ਹੁਕਮ ਆਇਆ ਹੈ, ਹੇ ਭਾਈ ਲਾਲੋ, ਮੈਂ ਉਸੇ ਤਰ੍ਹਾਂ ਹੀ ਤੁਹਾਨੂੰ ਕਹਿ ਰਿਹਾ। ਭਾਈ ਲਾਲੋ ਸਾਹਿਬ ਜੀ ਸਤਿਗੁਰਾਂ ਦੇ ਕੋਲ ਬੈਠੇ ਸਨ ਉਸ ਵਕਤ, ਤੇ ਗੁਰੂ ਸਾਹਿਬ ਨੇ ਆਖਿਆ ਵੀ ਤੁਸੀਂ ਆਪਣਾ ਪਰਿਵਾਰ ਲੈ ਕੇ ਇੱਥੋਂ ਬਾਹਰ ਨਿਕਲ ਜਾਓ। ਕਹਿੰਦੇ ਉੱਥੇ ਇੱਕ ਹੋਰ ਕੋਈ ਗੁਰਮੁਖ ਬਚਨ ਸੁਣਦਾ ਸੀ ਮਹਾਰਾਜ ਦੇ, ਉਹ ਵੀ ਆ ਗਿਆ, ਸਤਿਗੁਰੂ ਮੇਰਾ ਪਰਿਵਾਰ ਇੱਥੇ ਹੈ। ਪਾਤਸ਼ਾਹ ਕਹਿੰਦੇ ਤੂੰ ਵੀ ਆਪਣਾ ਪਰਿਵਾਰ ਲੈ ਕੇ ਇੱਥੋਂ ਚਲਾ ਜਾ। ਇਹਨਾਂ ਨੂੰ ਬਾਬਰ ਚੜ੍ਹ ਕੇ ਆਇਆ, ਉਹਨੇ ਹਮਲਾ ਕੀਤਾ ਇੱਥੇ ਆ ਕਰਕੇ, ਏਮਨਾਬਾਦ ਨਰਕ ਗਰਕ ਕਰ ਦਿੱਤਾ। ਉਹਨਾਂ ਨੇ ਆਖਿਆ ਸੀ ਕਿ ਇਹਨਾਂ ਦੀਆਂ ਤੋਪਾਂ ਦੇ ਮੂੰਹ ਬੰਨ੍ਹ ਦਿਆਂਗੇ। ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ। ਜੰਗ ਹੋਇਆ ਮੁਗਲ ਤੇ ਪਠਾਣਾ ਦਾ। ਪਹਿਲਾਂ ਰਾਜ ਸੀ ਪਠਾਣਾ ਦਾ, ਤੇ ਬਾਬਰ ਮੁਗਲ ਸੀ ਜਿਹੜਾ ਉੱਧਰੋਂ ਚੜ੍ਹ ਕੇ ਆਇਆ ਸੀਗਾ। ਮੁਗਲ ਚੜ੍ਹ ਕੇ ਆਏ ਤੇ ਪਠਾਨ ਰਾਜ ਕਰਦੇ ਸਨ, ਤੇ ਪਠਾਨ ਹੰਕਾਰੀ ਬੜੇ ਹੋ ਗਏ ਸਨ। ਇਸ ਕਰਕੇ ਉੱਥੇ ਪਠਾਨਾਂ ਦੀ ਤੇ ਮੁਗਲਾਂ ਦੀ ਆਪਸ ਵਿੱਚ ਗਹਿ ਗੱਚ ਦੀ ਲੜਾਈ ਹੋਈ ਹੈ, ਤੇ ਅਖੀਰ ਵਿੱਚ ਪਠਾਨ ਮੈਦਾਨੀ ਜੰਗ ਵਿੱਚ ਹਾਰ ਗਏ ਹਨ। ਕੋਈ ਮੁਗਲ ਨਾ ਹੋਆ ਬੰਦਾ, ਕਿਨੇ ਨਾ ਪਰਚਾ ਲਾਇਆ। ਸਤਿਗੁਰੂ ਜੀ ਕਹਿੰਦੇ ਉੱਥੇ ਕੋਈ ਵੀ ਮੁਗਲ ਅੰਨਾ ਨਹੀਂ ਹੋਇਆ। ਉਹ ਕਹਿੰਦੇ ਸਨ ਵੀ ਆਉਣਗੇ, ਇਹਨਾਂ ਦੀਆਂ ਤੋਪਾਂ ਦੇ ਮੂੰਹ ਬੰਨ੍ਹ ਕੇ ਇਹਨਾਂ ਵਾਲੀ ਕਰ ਦਿਆਂਗੇ, ਇਹਨਾਂ ਨੂੰ ਅੰਨੇ ਕਰ ਦਿਆਂਗੇ, ਪਰ ਉੱਥੇ ਕੋਈ ਵੀ ਜਿਹੜਾ ਮੁਗਲ ਸੀ ਉਹ ਅੰਨਾ ਨਹੀਂ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਕੋਈ ਵੀ ਉੱਥੇ ਆਪਣਾ ਚਮਤਕਾਰ ਨਹੀਂ ਵਿਖਾ ਸਕਿਆ, ਆਪਣੀ ਕਰਾਮਾਤ ਨਹੀਂ ਵਿਖਾ ਸਕਿਆ। ਕਿਉਂ? ਅਕਾਲ ਪੁਰਖ ਦਾ ਹੁਕਮ ਪਹਿਲਾਂ ਹੀ ਹੋ ਗਿਆ ਸੀਗਾ, ਪਾਪ ਕੀ ਜੰਝ ਲੈ ਕਾਬਲ ਧਾਇਆ। ਪਾਪ ਦੀ ਜੰਝ ਲੈ ਕੇ ਆ ਗਿਆ। ਇਹਨਾਂ ਨੇ ਕੁਕਰਮ ਕੀਤੇ ਨੇ, ਮਾੜੇ ਕੰਮ ਕੀਤੇ, ਸਜ਼ਾ ਇਹਨਾਂ ਨੂੰ ਜ਼ਰੂਰ ਮਿਲੇਗੀ। ਤੇ ਉੱਥੇ ਭਾਈ ਸੰਤੋਖ ਸਿੰਘ ਜੀ ਇੱਕ ਪੱਖ ਜ਼ਰੂਰ ਲਿਖਦੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਭਾਵੇਂ ਉਹਨਾਂ ਨੇ ਪਾਪ ਕੀਤੇ ਸਨ, ਪਰ ਅਸਲ ਵਿੱਚ ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮਾਰਾ। ਜਿਹੜੇ ਰੱਬ ਦੇ ਭਗਤਾਂ ਨੂੰ ਦੁਖੀ ਕਰਦੇ ਨੇ, ਉਹ ਫਿਰ ਉਹ ਤਤਕਾਲ ਹੀ ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਭਾਈ ਮਰਦਾਨੇ ਨੂੰ ਧੱਕਾ ਮਾਰਿਆ ਤੇ ਫਿਰ ਤਤਕਾਲ ਹੀ ਏਮਨਾਬਾਦ ਨਰਕ ਜਿਹੜਾ ਸੀ ਉਹ ਗਰਕ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਉੱਥੇ ਕੋਈ ਮੁਗਲ ਅੰਨਾ ਨਹੀਂ ਹੋਇਆ, ਤੇ ਕੋਈ ਵੀ ਆਪਣੀ ਕਰਾਮਾਤ ਆਦਿਕ ਨਹੀਂ ਵਿਖਾ ਸਕਿਆ। ਸੋਰਠਾ ਕਲਯੁਗ ਛੋੜਿਓ ਨਾਹੇ ਕਿਸ, ਹੋ ਦੇਵਤ ਮਤ ਬਲ। ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਭਾਈ ਕਲਯੁਗ ਦਾ ਜਿਹੜਾ ਇਹ ਬੜਾ ਹੀ ਭਿਅੰਕਰ ਸਮਾਂ ਹੈ, ਤੇ ਕਲਯੁਗ ਦੇ ਅੰਦਰ ਕਲਯੁਗ ਨੇ ਕਿਸੇ ਨੂੰ ਨਹੀਂ ਛੱਡਿਆ। ਭਾਵੇਂ ਕੋਈ ਜਿੰਨਾ ਵੀ ਮਰਜੀ ਤਾਕਤ ਵਾਲਾ ਸਮਰੱਥਾ ਵਾਲਾ ਪੁਰਸ਼ ਸੀ, ਕਲਯੁਗ ਨੇ ਅੱਜ ਤਾਈਂ ਕਿਸੇ ਨੂੰ ਬਖਸ਼ਿਆ ਨਹੀਂ ਹੈ। ਸ੍ਰੇਸ਼ਟ ਕੀਏ ਸਭ ਥਾਏ, ਜੇ ਹਿੰਦੂਆਂ ਕੇ ਪੂਜ ਥੇ। ਹਿੰਦੂਆਂ ਦੇ ਜਿੰਨੇ ਵੀ ਪੂਜਨੀਕ ਅਸਥਾਨ ਸਨ, ਕਲਯੁਗ ਨੇ ਸਾਰੇ ਭ੍ਰਸ਼ਟ ਕਰਕੇ ਰੱਖ ਦਿੱਤੇ। ਜੈਸੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਕੁਝ ਅਸਥਾਨ ਜਿਹੜੇ ਧਾਰਮਿਕ ਲੋਕਾਂ ਕਰਕੇ ਭ੍ਰਸ਼ਟ ਹੋ ਗਏ, ਕਿਉਂਕਿ ਉੱਥੇ ਬਹਿ ਕੇ ਕੁਕਰਮ ਕਰਦੇ ਸਨ, ਤੇ ਕੁਝ ਧਾਰਮਿਕ ਸਥਾਨ ਅਜਿਹੇ ਲੋਕਾਂ ਨੇ ਭ੍ਰਸ਼ਟ ਕਰ ਦਿੱਤੇ ਜਿਨ੍ਹਾਂ ਨੇ ਧਰਮ ਦੇ ਨਾਂ ਦੇ ਉੱਤੇ ਨਫ਼ਰਤ ਫੈਲਾਈ, ਤੇ ਗਊਆਂ ਵੱਢ ਵੱਢ ਕੇ ਜਿਹੜੀਆਂ ਉਹ ਤੀਰਥਾਂ ਦੇ ਵਿੱਚ ਸੁੱਟ ਦਿੱਤੀਆਂ। ਅੱਜ ਦਾ ਵੀ ਜਿਹੜਾ ਸਮਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਹ ਅਸਲੀਅਤ ਦੇ ਵਿੱਚ ਇਹ ਉਹ ਲੋਕ ਕੁਕਰਮ ਕਰਦੇ ਨੇ ਜਿਹੜੇ ਧਰਮ ਦੇ ਨਾਂ 'ਤੇ ਨਫ਼ਰਤ ਫੈਲਾਉਂਦੇ ਨੇ। ਕੀ ਕਰੋਗੇ ਜੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰ ਲਈ? ਪਰ ਸੱਚ ਤਾਂ ਇਹ ਹੈ ਵੀ ਜੇ ਬੇਅਦਬੀ ਕਰੋਗੇ ਤੇ ਇੱਥੇ ਤੇ ਉੱਥੇ ਦੋਹਾਂ ਪਾਸਿਆਂ ਦੇ ਵਿੱਚ ਧੱਕੇ ਹੀ ਪੈਣੇ ਨੇ। ਅੱਜ ਤੱਕ ਸਿੱਖਾਂ ਨੇ ਕਦੇ ਵੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਕੀਤੀ।
ਭਾਵੇਂ ਉਹ ਰਾਮਾਇਣ ਹੋਵੇ, ਗੀਤਾ ਹੋਵੇ, ਕੁਰਾਨ ਹੋਵੇ। ਮੈਂ ਤਾਂ ਇੱਥੋਂ ਤਾਂ ਹੀ ਵੇਖਿਆ ਵੀ ਕੁਝ ਗੁਰਸਿੱਖਾਂ ਦਾ ਸੁਭਾਅ ਇੱਦਾਂ ਦਾ ਹੈ, ਭਾਵੇਂ ਹਿੰਦੂ ਧਰਮ ਦੇ ਗ੍ਰੰਥ ਨੇ, ਭਾਵੇਂ ਮੁਸਲਮਾਨਾਂ ਦੇ, ਉਹ ਭਾਵੇਂ ਬਾਈਬਲ ਵੀ ਹੋਵੇ ਨਾ, ਤਾਂ ਵੀ ਸਤਿਕਾਰ ਨਾਲ ਰੱਖ ਦਿੰਦੇ ਨੇ। ਆਖਦੇ ਵੀ ਨਹੀਂ ਭਾਈ, ਵੀ ਇਹ ਧਾਰਮਿਕ ਗ੍ਰੰਥ ਹੈ, ਇਹਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਪਰ ਵੇਖੋ ਕਿ ਉਹੀ ਲੋਕ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ, ਉਹ ਪਰਵਾਹ ਹੀ ਨਹੀਂ ਕਰਦੇ। ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਤੁਰਕਾਂ ਨੇ ਆ ਕੇ ਜਦੋਂ ਥੰਮ ਸਾਹਿਬ ਦੀ ਧਰਤੀ 'ਤੇ ਅੱਗ ਲਾ ਦਿੱਤੀ, ਥੰਮ ਸਾਹਿਬ ਪੋਥੀਆਂ ਸਾੜ ਦਿੱਤੀਆਂ ਮਹਾਰਾਜ ਦੀਆਂ। 84 ਦੇ ਵਿੱਚ ਕਾਂਡ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸਾੜੇ ਗਏ। ਆ ਹੁਣ ਪਿੱਛੇ ਵੀ ਬਹੁਤ ਲੰਮਾ ਸਮਾਂ ਸਾਧ ਸੰਗਤ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਰਹੀ। ਕਦੀ ਗੁਟਕਾ ਸਾਹਿਬ ਪਾੜ ਦਿੱਤੇ, ਕਦੀ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰ ਦਿੱਤੀ। ਪਰ ਇਹਦੀ ਸਜ਼ਾ ਬੜੀ ਭੈੜੀ ਹੈ। ਇੱਕ ਮਹਾਂਪੁਰਸ਼ਾਂ ਦਾ ਬਚਨ ਸੁਣਿਆ, ਉਹ ਕਹਿੰਦੇ ਇੱਕ ਪਾਪ ਉਹ ਹੈ ਜਿਹੜਾ ਤੁਸੀਂ ਗੁਰੂ ਦੇ ਦਰਬਾਰ ਤੋਂ ਬਾਹਰ ਕਰਦੇ ਹੋ। ਇੱਕ ਪਾਪ ਉਹ ਹੈ ਜਿਹੜਾ ਗੁਰੂ ਦੇ ਦਰਬਾਰ 'ਚ ਕਰਦੇ ਹੋ। ਜਿਹੜਾ ਗੁਰੂ ਦੇ ਦਰਬਾਰ 'ਚ ਕੀਤਾ ਇਹ ਨਹੀਂ ਬਖਸ਼ਿਆ ਜਾਂਦਾ। ਬਾਹਰ ਵਾਲਾ ਭਾਵੇਂ ਬਖਸ਼ਿਆ ਜਾਏ, ਪਰ ਇੱਥੇ ਵਾਲਾ ਨਹੀਂ ਬਖਸ਼ਿਆ ਜਾਣਾ। ਜਿਹੜਾ ਪਾਪ ਅਸੀਂ ਇੱਥੇ ਕਰ ਗਏ ਉਹ ਨਹੀਂ ਬਖਸ਼ਿਆ ਜਾਣਾ। ਇਸ ਕਰਕੇ ਭਾਈ ਕੋਈ ਵੀ ਧਾਰਮਿਕ ਗ੍ਰੰਥ ਉਹਦੀ ਬੇਅਦਬੀ ਨਹੀਂ ਕਰੀਦੀ, ਹਮੇਸ਼ਾ ਉਹਦਾ ਸਤਿਕਾਰ ਕਰੀਦਾ। ਅੰਮ੍ਰਿਤ ਵੇਲੇ ਮੈਂ ਅੰਮ੍ਰਿਤ ਪ੍ਰਕਾਸ਼ ਗੁਰੂ ਘਰ ਕਥਾ ਕਰਨੀ ਸੀ, ਅਤੇ ਇੱਕ ਮੁਸਲਮਾਨ ਵੀਰ ਆ ਗਿਆ ਸਵੇਰੇ, ਅਤੇ ਸਿੰਘ ਆਇਆ, ਕਹਿੰਦਾ ਜੀ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਕੋਈ ਗੱਲ ਨਹੀਂ ਭਾਈ, ਭੇਜ ਦਿਓ। ਜਦੋਂ ਵੇਖਿਆ ਤਾਂ ਉਹ ਕਹਿੰਦੇ ਮੈਂ ਤੁਹਾਡੇ ਲਈ ਕੁਝ ਲੈ ਕੇ ਆਇਆ, ਅਤੇ 10ਵੇਂ ਪਾਤਸ਼ਾਹ ਜੀ ਦੀ ਵੱਡੀ ਸਾਰੀ ਫੋਟੋ ਸੀ, ਉਹ ਲੈ ਕੇ ਆਇਆ। ਕਹਿੰਦਾ ਵੀ ਮੈਂ ਲੰਘਦਾ ਪਿਆ ਸੀ ਅਤੇ ਕਿਸੇ ਨੇ ਆਪਣੇ ਘਰ ਦੇ ਬਾਹਰਲੇ ਪਾਸੇ ਰੱਖ ਦਿੱਤੀ ਵੀ ਕੋਈ ਚੁੱਕ ਕੇ ਲੈ ਜਾਏਗਾ। ਕਹਿੰਦਾ ਮੈਨੂੰ ਬੜਾ ਦੁੱਖ ਲੱਗਿਆ। ਜਿਹੜਾ ਰੱਖਣ ਵਾਲਾ ਅਤੇ ਸੁਭਾਵਕ ਹੈ ਉਹ ਸਿੱਖ ਹੀ ਹੋਏਗਾ ਨਾ। ਸਿੱਖ ਨੇ ਫੋਟੋ ਲਾਈ ਹੋਏਗੀ ਘਰ ਦੇ ਵਿੱਚ ਗੁਰੂ ਸਾਹਿਬ ਦੀ, ਵੀ ਜੇ ਤੁਸੀਂ ਇਹ ਜਾਪਿਆ, ਤੁਹਾਡੇ ਮਨ ਨੂੰ ਇਹ ਜਾਪਿਆ ਵੀ ਪੁਰਾਣੀ ਹੋ ਗਈ ਹੈ, ਅਤੇ ਤੁਸੀਂ ਸਤਿਕਾਰ ਦੇ ਨਾਲ ਇਹਨੂੰ ਕਿਸੇ ਟਿਕਾਣੇ ਲਾਓ, ਅਤੇ ਬਾਹਰ ਰੱਖ ਦਿੱਤੀ। ਕਹਿੰਦਾ ਮੇਰੇ ਕੋਲ ਰਿਹਾ ਨਹੀਂ ਗਿਆ, ਅਤੇ ਮੈਂ ਤਾਂ ਚੁੱਕ ਕੇ ਲੈ ਕੇ ਆਇਆ ਵੀ ਇਹਦੀ ਕੋਈ ਬੇਅਦਬੀ ਨਾ ਕਰੇ। ਇਹੋ ਜਿਹੇ ਭਾਵਨਾ ਵਾਲੇ ਵੀ ਲੋਕ ਹੁੰਦੇ ਨੇ। ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸੱਚ ਦਾ ਉਪਦੇਸ਼ ਦੇ ਕੇ ਦੁਨੀਆ ਨੂੰ ਸਹੀ ਰਾਹੇ ਪਾਇਆ, ਉਹਨਾਂ ਨੇ ਇਹੀ ਸਮਝਾਇਆ ਕਿ ਸਾਰਾ ਸਮਾਜ ਸੰਸਾਰ ਇੱਕ ਹੈ, ਅਤੇ ਸਭ ਦੇ ਜਿਹੜੇ ਧਰਮ ਇੱਕ ਨੇ, ਅਤੇ ਇੱਕੋ ਸ੍ਰੇਸ਼ਟ ਧਰਮ ਹੈ ਨਾਮ ਜਪਣਾ ਅਤੇ ਬੰਦਗੀ ਕਰਨਾ। ਉਹ ਚਾਹੇ ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਜਿਹੜਾ ਨਾਮ ਜਪਦਾ ਉਹ ਸਭ ਤੋਂ ਵੱਡਾ ਹੈ। ਸੋ ਅਗਲੇ ਪ੍ਰਕਰਨ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅਗਲੀ ਜਿਹੜੀ ਉਦਾਸੀ ਉਹ ਪੂਰਬ ਦੇ ਇਲਾਕੇ ਦੀ ਉਦਾਸੀ ਮਹਾਰਾਜ ਦੀ, ਕਿਉਂਕਿ ਪ੍ਰਕਰਨ ਤਕਰੀਬਨ ਸਾਰਾ ਸੰਖੇਪ ਦੇ ਵਿੱਚ ਹੀ ਹੈ। ਕਾਰਨ ਇਹ ਹੈ ਕਿ ਜ਼ਿਆਦਾਤਰ ਸਿੱਖ ਇਤਿਹਾਸ, ਗੁਰੂ ਪੰਥ ਦਾ ਇਤਿਹਾਸ ਇਹਦੇ ਵਿੱਚ ਹੈ, ਅਤੇ ਭਾਈ ਸਾਹਿਬ ਜੀ ਨੇ ਮੁੱਢ ਬੰਨ੍ਹ ਦਿੱਤਾ ਵੀ ਤਾਂ ਕਿ ਤੁਹਾਨੂੰ ਸੰਖੇਪ ਵਿੱਚ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਵੀ ਪਤਾ ਲੱਗ ਜਾਏ, ਅਤੇ ਤੁਹਾਡੇ ਮਨ ਅੰਦਰ ਇਹ ਚਾਹਨਾ ਹੋਵੇ ਵੀ ਅਸੀਂ ਵਿਸਥਾਰ ਦੇ ਨਾਲ ਇਹਨੂੰ ਕਿਤੋਂ ਪੜ੍ਹ ਲਈਏ ਅਤੇ ਕਿਤੋਂ ਸੁਣ ਲਈਏ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰਿਉ ਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ